ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਕਰੋ ਕਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਕਲਪ ਮੰਦਾਰ ਓ ਹਰ ਚੰਦਨ ਪਾਰ ਜਾਤ ਸੰਤਾਨ। ਔਰ ਬ੍ਰਿਛ ਫੂਲੇ ਫਲੇ ਕਾਮ ਤੇਨ ਕਰ ਕ੍ਰਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ सत्कारयोग गुरु की साजी और नवाजी हुई। गुरु का खास रूप गुरु खालसा साध संगत जियो धनता दे पात्र हो। सतगुरु नौवें गुरुदेव दे पवित्र पावन चरणा विच नेता प्रति एकत्र हो के हाजरियां भर के श्री गुरु ग्रंथ साहिब जी महाराज जी दे दर्शन परस रहे। गुरु पंथ दा इतिहास श्री गुर पंथ प्रकाश जो भाई साहब भाई रतन सिंह जी ने सरदार मताब सिंह जी मीरा कोटिए दे पोतरे ने। शाम सिंह नारले वालियां दे दोतरे ने। भाई राय सिंह दे पुत्र ने ये ग्रंथ लिखिया है।
ਭਾਈ ਤਾਰੂ ਸਿੰਘ ਜੀ ਪੜਾਣੇ ਪਿੰਡ 'ਚ ਬੈਠੇ ਸੰਗਤ ਨੂੰ ਬਾਬਰ ਦੀ ਆਮਦ ਦੱਸ ਰਹੇ ਨੇ ਕਿ ਕਿਵੇਂ ਆਇਆ। ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਆਇਆ। ਇਹਦੇ ਅੰਦਰ ਦੇ ਬਚਨ ਸਤਿਗੁਰਾਂ ਨੇ ਪ੍ਰਗਟ ਕਰਕੇ ਦੱਸੇ ਹਨ। ਆਖਿਆ, ਬਾਬਰ ਤੂੰ ਕਹਿੰਦਾ ਸੀ ਮੈਂ ਪਾਤਸ਼ਾਹੀ ਜਿਹੜੀ ਹਿੰਦੁਸਤਾਨ ਦੀ ਆਪਣੇ ਪੈਗੰਬਰ ਕੋਲੋਂ ਮੰਗਣੀ ਹੈ, ਤੇ ਜਾ ਫਿਰ ਪੈਗੰਬਰ ਕੋਲੋਂ ਮੰਗ, ਸਾਡੇ ਕੋਲੋਂ ਕਿਉਂ ਮੰਗਦਾ? ਕਹਿੰਦਾ ਜੀ ਪੈਗੰਬਰ ਤੱਕ ਮੈਂ ਜਾ ਨਹੀਂ ਸਕਦਾ। ਮਹਾਰਾਜ ਜੀ ਕਹਿੰਦੇ ਅਸੀਂ ਪਹੁੰਚਾ ਦਿੰਨੇ ਆ। ਕਹਿੰਦਾ ਜੀ ਧੰਨਵਾਦ ਕਿ ਆਪ ਜੀ ਮੈਨੂੰ ਪੈਗੰਬਰ ਦੇ ਦਰਸ਼ਨ ਕਰਾਓਗੇ। ਸਤਿਗੁਰਾਂ ਨੇ ਆਪਣਾ ਇੱਕ ਆਸਾ ਸੋਟਾ ਦਿੱਤਾ, ਆਖਿਆ ਇਹਦੇ ਤੇ ਬੈਠ ਜਾ ਤੇ ਆਪਣੇ ਪੈਗੰਬਰ ਤੱਕ ਪਹੁੰਚ ਜਾਏਗਾ। ਇਹਨੇ ਸਤਿਗੁਰਾਂ ਕੋਲੋਂ ਆਸਾ ਲਿਆ, ਆਪਣੇ ਆਸਣ ਤੇ ਗਿਆ, ਮੱਥਾ ਟੇਕ ਕੇ ਜਦੋਂ ਆਸੇ ਤੇ ਬੈਠਾ ਤੇ ਸੁਰਤ ਇਹੋ ਜਿਹੇ ਥਾਂ ਤੇ ਸਤਿਗੁਰੂ ਜੀ ਲੈ ਗਏ ਜਿੱਥੇ ਦਰਗਾਹ ਦਾ ਦਰਵਾਜ਼ਾ ਬੰਦ ਹੈ। ਜਦੋਂ ਇਹਨੇ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਇਹ ਕਿਹਾ ਤਾਂ ਦਰਵਾਜ਼ਾ ਖੁੱਲ ਗਿਆ। ਦਰਵਾਜ਼ਾ ਖੁੱਲਦਾ ਤੇ ਕੀ ਵੇਖਦਾ? ਗੁਰੂ ਨਾਨਕ ਸਾਹਿਬ ਦਾ ਨਿਸ਼ਾਨ ਝੂਲ ਰਿਹਾ, ਕੇਸਰੀ ਤੇ ਸੁਰਮਈ ਰੰਗ ਦਾ। ਬਹੁਤ ਸਾਰੇ ਗੁਰਸਿੱਖ ਗੁਰਬਾਣੀ ਪੜ੍ਹ ਰਹੇ ਨੇ ਤੇ ਰਬਾਬੀ ਕੀਰਤਨ ਕਰ ਰਹੇ ਨੇ। ਇਹਦੀ ਸੁਰਤ ਲੈ ਕੇ ਗਏ ਨੇ ਸਤਿਗੁਰੂ ਜੀ ਉੱਥੇ, ਕਿਉਂਕਿ ਕੇਵਲ ਗੁਰੂ ਨਾਨਕ ਸਾਹਿਬ ਹੀ ਲਿਜਾ ਸਕਦੇ ਨੇ। ਜਿਹਦੀ ਉੱਥੇ ਤੱਕ ਗਮਤਾ ਹੋਵੇ, ਪਹੁੰਚ ਹੋਵੇ, ਉੱਥੇ ਉਹੀ ਉੱਥੇ ਲਿਜਾ ਸਕਦਾ ਨਾ। ਉੱਥੇ ਜਦੋਂ ਪਹੁੰਚਿਆ ਤੇ ਉਸ ਦਰਗਾਹ ਦਾ, ਸੱਚਖੰਡ ਦਾ, ਖੁਦਾ ਦਾ ਦਰਬਾਰ ਕੈਸਾ ਸੁੰਦਰ ਅਲੌਕਿਕ ਹੈ, ਉਹ ਭਾਈ ਰਤਨ ਸਿੰਘ ਜੀ ਵਰਣਨ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਸਵਰੂਪ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹਾਂ। ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਲਪ ਮੰਦਾਰ ਓ ਹਰ ਚੰਦਨ ਪਾਰ ਜਾਤ ਸੰਤਾਨ। ਕਹਿੰਦੇ ਜਿਹੜੇ 5 ਪ੍ਰਕਾਰ ਦੇ ਰੁੱਖ ਨੇ ਉੱਥੇ ਆਮ ਹੀ ਨਜ਼ਰ ਆ ਰਹੇ ਨੇ। 5 ਪ੍ਰਕਾਰ ਦੇ ਰੁੱਖ ਕਿਹੜੇ ਨੇ? ਪਾਰ ਜਾਤ, ਦੂਜਾ ਹੈ ਕਲਪ ਬ੍ਰਿਛ, ਤੀਜਾ ਹੈ ਮੰਦਾਰ, ਚੌਥਾ ਹੈ ਹਰ ਚੰਦਨ ਤੇ ਪੰਜਵਾਂ ਹੈ ਸੰਤਾਨ। ਇਹ 5 ਪ੍ਰਕਾਰ ਦੇ ਜਿਹੜੇ ਦਰਖਤ ਨੇ ਉਹ ਉੱਥੇ ਆਮ ਹੀ ਨਜ਼ਰ ਆ ਰਹੇ ਹਨ। ਔਰ ਬ੍ਰਿਛ ਫੂਲੇ ਫਲੇ ਕਾਮ ਤੇਨ ਕਰ ਕ੍ਰਾਨ। ਹੋਰ ਵੀ ਬਹੁਤ ਸਾਰੇ ਦਰਖਤ ਉੱਥੇ ਫਲੇ ਤੇ ਫੁੱਲੇ ਹੋਏ ਨੇ, ਜਿਨ੍ਹਾਂ ਤੇ ਫਲ ਵੀ ਲੱਗੇ ਨੇ, ਫੁੱਲ ਵੀ ਲੱਗੇ ਹੋਏ ਨੇ। ਕਾਮ ਧੇਨ ਗਊ, ਕਹਿੰਦੇ ਜਦੋਂ 14 ਰਤਨ ਨਿਕਲੇ ਨੇ ਸਮੁੰਦਰ ਰਿੜਕ ਕੇ, ਉਹਦੇ ਵਿੱਚੋਂ ਇਹ ਵੀ ਨਿਕਲੀ ਸੀ। ਤੋ ਕਾਮ ਧੇਨ ਗਊਆਂ ਪਤਾ ਨਹੀਂ ਕਿਤਨੀਆਂ ਹੀ ਉੱਥੇ ਫਿਰਦੀਆਂ ਦੱਸਦੀਆਂ ਹਨ। ਫਿਰ ਬਹੁਤ ਸਾਰੀਆਂ ਘਰਾਣ ਮਣੀਆਂ ਜੋ ਰਤਨ ਹੀ ਮੰਨੇ ਜਾਂਦੇ ਨੇ, ਇੱਕ ਪ੍ਰਕਾਰ ਦਾ ਘਰਾਣ ਮਣੀ ਹੈ। ਉਹ ਮਣੀਆਂ ਕਹਿੰਦੇ ਉੱਥੇ ਆਮ ਹੀ ਖਚਤ ਹੋਈਆਂ, ਜੜੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਜੋ ਪਈ ਚਿੰਤਾ ਮਣੀ ਸੋ ਕੰਧ ਚਿਣਾਈ। ਚਿੰਤਾ ਮਣੀਆਂ ਤਾਂ ਕੰਧ ਦੇ ਵਿੱਚ ਚਿਣੀਆਂ ਹੋਈਆਂ। ਚਿੰਤਾ ਮਣੀ ਕੈਸੀ ਮਣੀ ਹੈ ਜਿਹਦੇ ਕੋਲ ਜੋ ਚਿਤ ਵੀ ਇਹ ਮਿਲ ਜਾਂਦਾ ਹੈ। ਕਹਿੰਦੇ ਜਿਸ ਦਰਗਾਹ ਵਿੱਚ ਬਾਬਰ ਨੂੰ ਸਤਿਗੁਰਾਂ ਨੇ ਪਹੁੰਚਾਇਆ ਹੈ,
ਉੱਥੇ ਕਹਿੰਦੇ ਚਿੰਤਾਮਣੀਆਂ ਕੰਧਾਂ ਦੇ ਵਿੱਚ ਜੜੀਆਂ ਹੋਈਆਂ ਨੇ, ਦੀਵਾਰਾਂ ਵਿੱਚ ਜੜੀਆਂ ਹੋਈਆਂ ਨੇ, ਸਵਰਨ ਸੁਗੰਧੀ ਸੰਗ ਲਿਪਾਈ। ਤੇ ਸੋਨੇ ਦੀ ਲਿਪਾਈ ਕੀਤੀ ਹੋਈ ਹੈ ਸਾਰੇ ਪਾਸੇ। ਉਹ ਸੋਨਾ ਵੀ ਇਹੋ ਜਿਹਾ ਸੋਨਾ ਜਿਹਦੇ ਚ ਸੁਗੰਧੀ ਆਉਂਦੀ ਹੈ। ਆਮ ਕਰਕੇ ਧਰਤੀ ਤੇ ਜਿਹੜਾ ਸੋਨਾ ਇਹਦੇ ਚ ਸੁਗੰਧੀ ਨਹੀਂ ਹੈ, ਇਹ ਗੰਧ ਤੋਂ ਰਹਿਤ ਹੈ। ਉੱਥੇ ਜਿਹੜਾ ਸੋਨਾ ਮੜਿਆ ਹੋਇਆ ਦੀਵਾਰਾਂ ਦੇ ਉੱਤੇ ਸੋਨੇ ਦੀ ਲਿਪਾਈ ਕੀਤੀ ਹੋਈ ਹੈ ਨਾ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੇ ਚਾਓ। ਏਦਾਂ ਦੀ ਅਲੌਕਿਕ ਕੁਦਰਤ ਉੱਥੇ ਰਚੀ ਹੋਈ ਹੈ। ਸੋਨਾ ਜਿਹੜਾ ਹੈ ਉਹ ਇਹੋ ਜਿਹਾ ਲਿਪਿਆ ਹੋਇਆ ਜਿਹਦੇ ਵਿੱਚੋਂ ਸੁਗੰਧੀ ਆਉਂਦੀ ਹੈ। ਬਡੂਰਜ ਕੇ ਉਆ ਥੰਬ ਥੰਬਾਏ। ਇੱਕ ਬਡੂਰਿਆ ਮਣੀ ਹੁੰਦੀ ਹੈ, ਜਿਵੇਂ ਬਿੱਲੀ ਦੀ ਅੱਖ ਹੁੰਦੀ ਹੈ ਨਾ ਚਮਕਦਾਰ, ਬਿੱਲੀ ਦੀ ਅੱਖ ਵਰਗੀ ਹੁੰਦੀ ਹੈ ਉਹ ਮਣੀ, ਉਹਨੂੰ ਕਹਿੰਦੇ ਨੇ ਬਡੂਰਿਆ ਮਣੀ। ਉਹ ਬਡੂਰਿਆ ਮਣੀਆਂ ਦੇ ਥੰਬ ਉੱਥੇ ਚਿਣੇ ਹੋਏ ਨੇ, ਉਹ ਥੰਬਾਂ ਦੇ ਵਿੱਚ ਲਾਈਆਂ ਹੋਈਆਂ ਨੇ। ਚੰਦਨ ਲੱਕਰੀ ਸਾਥ ਛਤਾਈ। ਉੱਤੇ ਜਿਹੜਾ ਛੱਤ ਪਾਇਆ ਹੋਇਆ ਉਹ ਚੰਦਨ ਦੀ ਲੱਕੜੀ ਦਾ, ਜਿਹਦੇ ਚ ਸੁਗੰਧੀ ਆਉਂਦੀ ਹੈ। ਮੂੰਗੀ ਕੇ ਉਆ ਲਗੇ ਕਪਾਟ। ਜਿਹੜੇ ਦਰਵਾਜ਼ੇ ਲੱਗੇ ਹੋਏ ਨੇ ਉੱਥੇ ਉਹ ਮੂੰਗੇ ਦੇ ਲੱਗੇ ਹੋਏ ਨੇ। ਮੂੰਗਾ ਰਤਨ ਹੁੰਦਾ ਨਾ 9 ਰਤਨਾਂ ਚੋਂ, ਕਹਿੰਦੇ ਜਿਹੜੇ ਦਰਵਾਜ਼ੇ ਲੱਗੇ ਹੋਏ ਨੇ ਉਹ ਮੂੰਗੇ ਰਤਨ ਦੇ ਬਣੇ ਹੋਏ ਲੱਗੇ ਹਨ। ਚਿੱਤਰਕਾਰੀ ਪਾਰਸ ਕੀ ਠਾਠ। ਔਰ ਜਿਹੜਾ ਪਾਰਸ ਦਾ ਵੱਟਾ ਹੈ, ਜਿਹੜਾ ਕਿਸੇ ਵੀ ਧਾਤ ਨੂੰ ਸੋਨਾ ਬਣਾ ਸਕਦਾ ਹੈ, ਉਹ ਪਾਰਸ ਦੇ ਵੱਟੇ ਦੀਆਂ ਉਹਦੇ ਚ ਚਿੱਤਰਕਾਰੀਆਂ ਕੀਤੀਆਂ ਹੋਈਆਂ ਦਰਵਾਜ਼ਿਆਂ ਵਿੱਚ। ਜਿਹੜੇ ਮੂੰਗੇ ਦੇ ਦਰਵਾਜ਼ੇ ਨੇ ਨਾ, ਉਹਦੇ ਚ ਚਿੱਤਰਕਾਰੀ ਵਜੋਂ ਪਾਰਸ ਦੇ ਪੱਥਰ ਲਾਏ ਹੋਏ ਨੇ। ਬਾਬਰ ਕੋ ਤਾਂ ਸੈਲ ਕਰਾਇਓ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਜਿਹੜਾ ਆਸਾ ਹੈ ਨਾ ਸੋਟਾ, ਉਹਦੇ ਨਾਲ ਹੀ ਇਹਨੇ ਸਾਰੀ ਉਸ ਦਰਗਾਹ ਦੀ ਸੈਲ ਕੀਤੀ, ਵੇਖੇ ਉੱਥੇ ਕਈ ਤਰ੍ਹਾਂ ਦੇ ਰੰਗ ਵੇਖੇ। ਫਿਰ ਬਾਬਰ ਕੋ ਮੋੜ ਲੈ ਆਇਓ। ਉਹ ਜਿਹੜਾ ਆਸਾ ਹੈ ਉਹਨੂੰ ਮੋੜ ਕੇ ਲੈ ਕੇ ਆਇਆ, ਪਹਿਲਾਂ ਸਾਰੀ ਦਰਗਾਹ ਵਿੱਚ ਫੇਰ ਕੇ ਫਿਰ ਮੋੜ ਕੇ ਲੈ ਕੇ ਆਇਆ। ਪਿਕੰਬਰ ਕੀ ਵੈ ਵੱਲ ਫਿਰਾਇਓ। ਉਸ ਦਰਗਾਹ ਦੇ ਪਿਛਲੇ ਪਾਸੇ ਜਿੱਥੇ ਦੇ ਪੈਗੰਬਰ ਸਾਹਿਬ ਦਾ ਡੇਰਾ ਹੈ, ਕਹਿੰਦੇ ਉਹ ਸੋਟਾ ਇਹਨੂੰ ਲੈ ਕੇ ਫੇਰ ਕੇ ਪੈਗੰਬਰ ਵਾਲੇ ਪਾਸੇ, ਜਿੱਧਰ ਪੈਗੰਬਰ ਦਾ ਇਹਨਾਂ ਦੇ ਪੈਗੰਬਰ ਦਾ ਨਿਸ਼ਾਨ ਝੂਲਦਾ ਸੀ, ਉੱਥੇ ਆਇਆ। ਦੀਤ ਬਾਂਗ ਤੈ ਮੁੱਲਾ ਦਿਖਾਇਓ। ਜਦੋਂ ਪੈਗੰਬਰ ਦੇ ਉਸ ਘਰ ਵਿੱਚ ਪਹੁੰਚਿਆ, ਉੱਥੇ ਕੀ ਵੇਖਿਆ ਕਿ ਇੱਕ ਮੁੱਲਾ ਸਾਹਿਬ, ਮੌਲਵੀ ਸਾਹਿਬ ਉੱਚੀ ਉੱਚੀ ਆਵਾਜ਼ ਦੇ ਵਿੱਚ ਬਾਂਗ ਦੇ ਰਹੇ ਨੇ। ਪਿਕੰਬਰ ਝੰਡਾ ਉਸੇ ਦਿਖਾਇਓ। ਉੱਥੇ ਪੈਗੰਬਰ ਸਾਹਿਬ ਦਾ ਝੰਡਾ ਝੁੱਲ ਰਿਹਾ। ਉਹ ਵੱਖਰੀ ਦਰਗਾਹ ਹੈ ਦੂਰ, ਸੱਚਖੰਡ 'ਚ ਨਹੀਂ, ਸੱਚਖੰਡ ਤੋਂ ਬਾਹਰ ਕਿਤੇ ਦੂਰ ਇਹੋ ਜੀ ਜਗ੍ਹਾ ਕੋਨਾ ਹੈ। ਉਸ ਜਗ੍ਹਾ ਦੇ ਉੱਤੇ ਕਹਿੰਦੇ ਇਹਨੂੰ ਲੈ ਕੇ ਗਿਆ ਉਹ ਆਸਾ ਸਤਿਗੁਰਾਂ ਦਾ, ਜਿੱਥੇ ਪੈਗੰਬਰੀ ਝੰਡਾ ਦਿਸ ਰਿਹਾ ਹੈ। ਰੰਗਿਓ ਨੀਲ ਸੁਬੋ ਦਿਨ ਹਾਇਓ। ਕਹਿੰਦੇ ਨੀਲੇ ਰੰਗ ਦਾ ਉਹ ਝੰਡਾ ਹੈ ਤੇ ਕਈ ਦਿਨਾਂ ਦਾ ਪੁਰਾਣਾ ਮੈਲਾ ਕੁਚੈਲਾ ਹੈ, ਕਈ ਦਿਨਾਂ ਦਾ ਪੁਰਾਣਾ ਤੇ ਮੈਲਾ ਕੁਚੈਲਾ ਹੈ। ਤਹਾਂ ਪਿਕੰਬਰ ਹੁਤੀ ਮਸੀਤ। ਉੱਥੇ ਪੈਗੰਬਰ ਸਾਹਿਬ ਦੀ ਮਸੀਤ ਹੈ। ਉਹਨੇ ਸਵਾਰੀ ਆਪਣੀ ਰੀਤ। ਉਹ ਮਸੀਤ ਪੈਗੰਬਰ ਸਾਹਿਬ ਨੇ ਆਪਣੀ ਰੀਤੀ ਅਨੁਸਾਰ, ਜਿਵੇਂ ਉਹਨਾਂ ਦੀ ਰਵਾਇਤ ਹੁੰਦੀ ਹੈ, ਉਹਦੇ ਮੁਤਾਬਕ ਬਣਾਈ ਹੋਈ ਹੈ। ਬਾਬਰ ਪਿਕੰਬਰ ਦੇਖਿਓ ਖੜੋ। ਉਸ ਮਸੀਤ ਵਿੱਚ ਬਾਬਰ ਨੇ ਆਪਣੇ ਪੈਗੰਬਰ ਸਾਹਿਬ ਨੂੰ ਖੜਿਆਂ ਵੇਖਿਆ। ਕਭੀ ਉਠੇ ਕਭੀ ਲਾਂਬੋ ਪੜੇ। ਪੈਗੰਬਰ ਸਾਹਿਬ ਕਦੇ ਉੱਠ ਕੇ ਖਲੋਂਦੇ ਨੇ, ਕਦੇ ਲੰਮਾ ਪੈ ਕੇ ਸਜਦਾ ਕਰ ਰਹੇ ਨੇ। ਪੜੇ ਨਮਾਜ਼ ਤੈ ਆਪ ਰਸੂਲ। ਦੇਖਿਆ ਕਿ ਉਸ ਵੇਲੇ ਪੈਗੰਬਰ ਸਾਹਿਬ ਆਪ ਨਮਾਜ਼ ਪੜ ਰਹੇ ਨੇ। ਬਾਬਰ ਨੇ ਤੱਕਿਆ, ਖਾਤਰ ਬੰਦਗੀ ਪੜਨ ਕਬੂਲ। ਕਿ ਰੱਬ ਦੇ ਘਰ ਦੇ ਵਿੱਚ ਮੇਰੀ ਬੰਦਗੀ ਕਬੂਲ ਹੋ ਜਾਏ, ਇਸ ਕਰਕੇ ਪੈਗੰਬਰ ਸਾਹਿਬ ਆਪ ਉੱਥੇ ਬੰਦਗੀ ਕਰ ਰਹੇ ਨੇ, ਆਪ ਉੱਥੇ ਨਮਾਜ਼ ਪੜ ਰਹੇ ਨੇ। ਪਿੱਛੇ ਖੜੇ ਤੈ ਚਾਰੋ ਯਾਰ। ਪੈਗੰਬਰ ਸਾਹਿਬ ਦੇ ਜਿਹੜੇ 4 ਖਲੀਫੇ ਨੇ, ਅਬੂ ਬਕਰ, ਉਮਰ, ਉਸਮਾਨ ਤੇ ਅਲੀ, ਉਹ ਵੀ ਉੱਥੇ ਉਹਨਾਂ ਦੇ ਨਾਲ ਪਿੱਛੇ ਖੜੇ ਹੋਏ ਨੇ। ਇਨਕੇ ਪਾਛੇ ਪੀਰ ਹਜ਼ਾਰ। ਉਹਦੇ ਪਿੱਛੇ ਇਹਨਾਂ ਦੇ 1000 ਪੀਰ,
ਜਿਹੜੇ ਮੁੱਖ ਮੰਨੇ ਜਾਂਦੇ ਨੇ ਉਹ ਪਿਛਲੇ ਪਾਸੇ ਖੜੇ ਹਨ। ਤੈਂ ਪਾਛੇ ਜਾ ਬਾਬਰ ਖੜਾਇਆ। ਉਸ 1000 ਪੀਰਾਂ ਦੇ ਪਿੱਛੇ ਜਾ ਕੇ ਬਾਬਰ ਖਲੋ ਗਿਆ। ਉਹ ਜਿਹੜਾ ਆਸਾ ਸੀ ਮਹਾਰਾਜ ਜੀ ਦਾ ਡੰਡਾ, ਉਹਨੇ ਉਹਨਾਂ ਸਾਰੇ ਪੀਰਾਂ ਦੇ ਪਿੱਛੇ ਬਾਬਰ ਨੂੰ ਖੜਿਆ ਕਰ ਦਿੱਤਾ। ਆਸੇ ਮਾਜਰਾ ਪਿਕੰਬਰ ਸੁਣਾਇਆ। ਉਧਰ ਪੈਗੰਬਰ ਸਾਹਿਬ ਕੋਲ ਖਬਰ ਪਹੁੰਚੀ ਕਿ ਗੁਰੂ ਨਾਨਕ ਸਾਹਿਬ ਦੇ ਆਸੇ ਦੇ ਆਸਰੇ ਬਾਬਰ ਚੱਲ ਕੇ ਇੱਥੇ ਤੱਕ ਪਹੁੰਚਿਆ, ਸੁਰਤ ਕਰਕੇ ਆਇਆ, ਸੂਖਮ ਸਰੀਰ ਆਇਆ ਉਹਦਾ। ਉਹਨੇ ਜਦੋਂ ਇਸ ਪ੍ਰਕਾਰ ਨਾਲ ਜਾਣਿਆ, ਪਿਕੰਬਰ ਲੀਨੋ ਬਾਬਰ ਬੁਲਾਏ। ਪੈਗੰਬਰ ਸਾਹਿਬ ਨੇ ਬਾਬਰ ਨੂੰ ਸੱਦ ਲਿਆ, ਆਪਣੇ ਕੋਲ ਬੁਲਾਇਆ। ਕਿਸ ਖਾਤਰ ਆਇਓ ਮੋਏ ਪਾਏ। ਪੁੱਛਿਆ, ਉਹ ਬਾਬਰ ਤੂੰ ਕਿਸ ਲਈ ਆਇਆ ਮੇਰੇ ਕੋਲ? ਤੇਰਾ ਮੇਰੇ ਕੋਲ ਆਉਣ ਦਾ ਕੀ ਪ੍ਰਯੋਜਨ ਹੈ? ਬਾਬਰ ਕਈ ਮੈਂ ਚਾਹੋ ਪਾਤਸ਼ਾਹੀ। ਬਾਬਰ ਬੋਲਿਆ, ਕਹਿਣ ਲੱਗਾ ਜੀ ਮੈਂ ਪਾਤਸ਼ਾਹੀ ਲੈਣ ਆਇਆ ਤੁਹਾਡੇ ਕੋਲੋਂ। ਪੈਗੰਬਰ ਸਾਹਿਬ ਮੈਂ ਤੁਹਾਡੇ ਕੋਲੋਂ ਪਾਤਸ਼ਾਹੀ ਲੈਣ ਆਇਆ ਹਾਂ। ਹਿੰਦ ਤਖਤ ਜੋ ਸੂਬੇ ਬਾਈ। ਪੁੱਛਿਆ ਕਿੱਥੋਂ ਦੀ ਲੈਣ ਆਇਆ ਪਾਤਸ਼ਾਹੀ? ਕਹਿਣ ਲੱਗਾ ਜੀ ਹਿੰਦੁਸਤਾਨ ਦੇ ਜਿਹੜੇ 22 ਸੂਬੇ ਨੇ ਉਹ ਪਾਤਸ਼ਾਹੀ ਮੈਂ ਤੁਹਾਡੇ ਕੋਲ ਲੈਣ ਲਈ ਪਹੁੰਚਿਆ ਹਾਂ। ਤੁਰਤ ਪਿਕੰਬਰ ਦਿਓ ਜਵਾਬੇ। ਪੈਗੰਬਰ ਸਾਹਿਬ ਨੇ ਤੁਰਤ ਫੁਰਤ ਜਵਾਬ ਦਿੱਤਾ, ਹਿੰਦ ਪਾਤਸ਼ਾਹੀ ਨਹੀਂ ਹਮ ਤਾਬੇ। ਕਹਿਣ ਲੱਗਾ ਬਾਬਰ ਤੂੰ ਸਹੀ ਟਿਕਾਣੇ ਨਹੀਂ ਪਹੁੰਚਿਆ। ਹਿੰਦੁਸਤਾਨ ਦੀ ਜਿਹੜੀ ਪਾਤਸ਼ਾਹੀ ਤੂੰ ਲੈਣ ਆਇਆ ਉਹ ਮੇਰੇ ਕੋਲ ਨਹੀਂ, ਮੇਰੇ ਅਖਤਿਆਰ ਨਹੀਂ ਕਿ ਮੈਂ ਤੈਨੂੰ ਦੇ ਸਕਦਾ ਹੋਵਾਂ। ਹਿੰਦ ਪਾਤਸ਼ਾਹੀ ਨਾਨਕ ਕੇਰੀ। ਹਿੰਦੁਸਤਾਨ ਦੀ ਪਾਤਸ਼ਾਹੀ ਦੇਣ ਦਾ ਬਲ ਕੇਵਲ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਹੈ। ਉਹਨਾਂ ਕੋਲ ਕਰੋੜਾਂ ਪਾਤਸ਼ਾਹੀਆਂ ਨੇ ਉਹਨਾਂ ਦੇ ਚਰਨਾਂ ਵਿੱਚ, ਤੇ ਹਿੰਦੁਸਤਾਨ ਦੀ ਪਾਤਸ਼ਾਹੀ ਦੇਣ ਦੀ ਸਮਰੱਥਾ ਕੇਵਲ ਤਾਂ ਕੇਵਲ ਜਾਹਰ ਪੀਰ ਜਗਤ ਗੁਰ ਬਾਬਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਲ ਹੈ। ਕਰੀ ਨਾ ਆਸ ਫੇਰ ਤੂੰ ਮੇਰੀ ਆਸ ਨਾ ਕਰੀ ਬਾਬਰ, ਮੁੜ ਕੇ ਅੱਜ ਕਰਕੇ ਆ ਗਿਆ। ਗੁਰੂ ਨਾਨਕ ਸਾਹਿਬ ਨੇ ਤੈਨੂੰ ਮੇਰੇ ਕੋਲ ਪਹੁੰਚਾ ਦਿੱਤਾ। ਹੁਣ ਦੁਬਾਰਾ ਹਿੰਦੁਸਤਾਨ ਦੀ ਪਾਤਸ਼ਾਹੀ ਦੀ ਆਸ ਤੂੰ ਮੇਰੇ ਕੋਲ ਨਾ ਕਰੀ। ਸੋਰਠਾ ਨਾਨਕ ਦੇ ਨਾ ਦੇ ਹਮ ਅਧੀਨ ਕਛ ਨਾਹੀ ਅਬ। ਗੁਰੂ ਨਾਨਕ ਸਾਹਿਬ ਤੈਨੂੰ ਪਾਤਸ਼ਾਹੀ ਦੇਣ ਚਾਹੇ ਨਾ ਦੇਣ, ਉਹਨਾਂ ਦੀ ਮਰਜ਼ੀ ਹੈ, ਮੇਰੇ ਵੱਸ ਕੁਝ ਨਹੀਂ, ਮੈਂ ਕੁਝ ਨਹੀਂ ਕਰ ਸਕਦਾ। ਪੈਗੰਬਰ ਸਾਹਿਬ ਕਹਿ ਰਹੇ ਨੇ ਬਾਬਰ ਨੂੰ ਕਿ ਮੇਰੇ ਵੱਸ ਕੁਝ ਨਹੀਂ। ਉਸਈ ਤੇ ਫਿਲਏ ਜਿਸ ਬਿਦ ਰਿਜੇ ਰਿਝਾਏ ਕੈ। ਜੇ ਪਾਤਸ਼ਾਹੀ ਲੈਣੀ ਹੈ ਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਜਾ ਕੇ ਮੱਥਾ ਟੇਕ, ਉਹਨਾਂ ਅੱਗੇ ਨੱਕਾਂ ਰਗੜ, ਉਹ ਤੇਰੇ ਤੇ ਰੀਝ ਪੈਣ, ਇਹੋ ਜੀ ਸੇਵਾ ਕਰ ਤਾਂ ਤੈਨੂੰ ਪਾਤਸ਼ਾਹੀ ਦੇ ਸਕਦੇ ਹਨ। ਚੋਪਈ ਜਿਸ ਕੇ ਆਸੇ ਸੰਗ ਤੂੰ ਆਇਓ। ਜਿਨ੍ਹਾਂ ਦੇ ਆਸੇ ਦੇ ਆਸਰੇ, ਜਿਨ੍ਹਾਂ ਦੇ ਹੱਥ ਦੇ ਦਿੱਤੇ ਇੱਕ ਮੋਟੇ ਸੋਟੇ ਦੇ ਆਸਰੇ ਤੂੰ ਚੱਲ ਕੇ ਆਇਆ। ਲੈ ਪਾਤਸ਼ਾਹੀ ਉਸੇ ਰਿਝਾਇਓ। ਜਾ ਉਹਨਾਂ ਕੋਲ, ਉਹਨਾਂ ਨੂੰ ਪ੍ਰਸੰਨ ਕਰਕੇ, ਉਹਨਾਂ ਦੀ ਖੁਸ਼ੀ ਲੈ ਕੇ ਪਾਤਸ਼ਾਹੀ ਉਹਨਾਂ ਕੋਲੋਂ ਲੈ ਲੈ। ਹਿੰਦ ਤਖਤ ਹਮ ਤਾਬੇ ਨਾਹੀ। ਹਿੰਦੁਸਤਾਨ ਦਾ ਤਖਤ ਮੇਰੇ ਤਾਬਿਆਂ, ਮੇਰੇ ਅਧੀਨ ਨਹੀਂ। ਖੁਰਾਸਾਨ ਹੈ ਹਮਰੇ ਪਾਈ। ਜਿਹੜਾ ਖੁਰਾਸਾਨ ਦਾ ਇਲਾਕਾ ਸੀ ਕੇਵਲ ਉਹੀ ਮੇਰੇ ਅਧੀਨ ਸੀ। ਖੁਰਾਸਾਨ ਦਾ ਜਿਹੜਾ ਇਲਾਕਾ ਸੀ ਕਾਬਲ ਕੰਧਾਰ ਤੱਕ ਦਾ, ਉਹੀ ਮੇਰੇ ਅਧੀਨ ਸੀ। ਸੋ ਹਮਨੇ ਤਿਮਰ ਲੰਗੇ ਦਿਓ। ਉਹ ਅਸੀਂ ਤਿਮਰਲਿੰਗ ਬਾਦਸ਼ਾਹ ਨੂੰ ਪਹਿਲਾਂ ਹੀ ਦੇ ਚੁੱਕੇ ਹਾਂ। ਜੋ ਮੇਰੇ ਤਾਬਿਆਂ ਸੀ, ਜਿੰਨਾ ਕੁ ਖਿੱਤਾ ਮੈਨੂੰ ਮਿਲਿਆ ਸੀ, ਉਹ ਅਸੀਂ ਤਿਮਰਲਿੰਗ ਰਾਜੇ ਨੂੰ ਪਹਿਲਾਂ ਹੀ ਦੇ ਚੁੱਕੇ ਹਾਂ। ਉਸੇ ਔਲਾਦ ਹੋਏ ਸੋ ਕਹਿਓ। ਹੁਣ ਉਹਦੀ ਜਿਹੜੀ ਔਲਾਦ ਹੈ ਉਹੀ ਰਾਜ ਕਰ ਰਹੀ ਹੈ।
ਬਹੁ ਜਵਾਬ ਤਬ ਬਾਬਰ ਕਰੇ। ਬਾਬਰ ਨੇ ਉਸ ਵੇਲੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਪੈਗੰਬਰ ਸਾਹਿਬ ਨਾਲ। ਰਸੂਲ ਉਤਨੇ ਮੋੜ ਸੁਤਰੇ। ਉਹਨੇ ਜਾਣ ਲਿਆ ਕਿ ਹੁਣ ਰਸੂਲ ਸਾਹਿਬ ਨੇ ਮੈਨੂੰ ਮੋੜ ਦਿੱਤਾ ਹੈ। ਹੋਏ ਨਿਰਾਸ਼ਾ ਬਾਬਰ ਮੁੜਿਆ। ਬਾਬਰ ਨਿਰਾਸ਼ ਹੋ ਕੇ ਵਾਪਸ ਪਰਤਿਆ। ਸੋ ਆਸਾ ਲੈ ਡੇਰੇ ਬੜਿਆ। ਉਹ ਜਿਹੜਾ ਆਸਾ ਸੀ ਸੋਟਾ ਲੈ ਕੇ ਆਪਣੇ ਡੇਰੇ ਤੇ, ਜਿੱਥੇ ਦਾ ਡੇਰਾ ਸੀ ਏਮਨਾਬਾਦ, ਉੱਥੇ ਵਾਪਸ ਆਇਆ। ਸੁਰਤ ਆਈ, ਖਿਆਲ ਖੁੱਲਿਆ, ਨੇਤਰ ਖੁੱਲੇ। ਬਾਬਰ ਆਸ ਦੂਰ ਤਬ ਪਈ। ਮਨ ਵਿੱਚੋਂ ਜਿਹੜੀ ਪੈਗੰਬਰ ਸਾਹਿਬ ਤੇ ਆਸ ਸੀ ਕਿ ਮੈਂ ਰਾਜ ਪੈਗੰਬਰ ਸਾਹਿਬ ਕੋਲੋਂ ਲੈਣਾ ਹੈ, ਉਹ ਆਸ ਬਾਬਰ ਦੇ ਮਨ ਚੋਂ ਦੂਰ ਚਲੀ ਗਈ। ਜਨ ਉਸ ਕਮਰ ਦੋ ਟੁਕ ਹੋ ਗਈ। ਮਾਨੋ ਜਿਵੇਂ ਉਹਦੀ ਰੀੜ ਦੀ ਹੱਡੀ ਦੋ ਟੁਕੜੇ ਹੋ ਗਈ ਹੋਵੇ, ਏਦਾਂ ਇਹਦੇ ਮਨ ਦੀ ਆਸ ਨਿਰਾਸ਼ ਹੋਈ। ਪਰੀ ਗਸ਼ੀ ਤਿਸ ਡੇਰੇ ਆਏ। ਡੇਰੇ ਵਿੱਚ ਆਇਆ ਤੇ ਜਿਵੇਂ ਗਛੀ ਨਹੀਂ ਪੈਂਦੀ, ਏਦਾਂ ਗਛੀਆਂ ਜੀਆਂ ਪੈਣ ਲੱਗੀਆਂ ਬਾਬਰ ਨੂੰ। ਲਗੋ ਕਰਨ ਮਨ ਬਹੁ ਪਛਤਾਏ। ਮਨ ਹੀ ਮਨ ਪਛਤਾਵਾ ਕਰਨ ਲੱਗਾ, ਪਛੋਤਾਵਾ ਕਰਦਾ। ਵਜ਼ੀਰ ਕਈ ਥੀ ਆਛੀ ਬਾਤ। ਕਹਿੰਦਾ ਵਜ਼ੀਰ ਦੌਲਤ ਖਾਨ ਨੇ ਮੈਨੂੰ ਚੰਗੀ ਗੱਲ ਕਹੀ ਸੀ, ਉਹਨੇ ਮੇਰੇ ਭਲੇ ਦੀ ਬਾਤ ਮੈਨੂੰ ਕਹੀ ਸੀ। ਹਿੰਦ ਪੀਰ ਉਆ ਬੜੀ ਅਫਾਤ। ਇਹ ਜਿਹੜੇ ਹਿੰਦ ਦੇ ਪੀਰ ਨੇ ਉਹ ਬੜੀ ਵੱਡੀ ਕਰਾਮਾਤ ਦੇ ਮਾਲਕ ਹਨ। ਦੋਹਰਾ ਪਾਛੇ ਮੁੜੇ ਤੋ ਚੋਟ ਲਗੇ, ਆਗੇ ਤੁਰੋਂ ਤੁਹਾਰ। ਸੋਚਦਾ ਕਿ ਹੁਣ ਪੈਗੰਬਰ ਸਾਹਿਬ ਨੇ ਨਹੀਂ ਦਿੱਤਾ, ਗੁਰੂ ਨਾਨਕ ਸਾਹਿਬ ਨੂੰ ਕਿਵੇਂ ਕਹਾਂ, ਕਿਵੇਂ ਉਹਨਾਂ ਕੋਲੋਂ ਰਾਜ ਮੰਗਾ। ਉਹਨਾਂ ਨੇ ਕਿਹਾ ਸੀ ਤੂੰ ਕਹਿੰਦਾ ਪੈਗੰਬਰ ਕੋਲੋਂ ਲੈਣਾ ਰਾਜ, ਉਹਨਾਂ ਨੇ ਦਿੱਤਾ ਨਹੀਂ। ਹੁਣ ਜੇ ਮੈਂ ਇੱਥੋਂ ਪਿੱਛੇ ਮੁੜਦਾ ਤਾਂ ਮੇਰੇ ਲਈ ਸਮੱਸਿਆ ਹੈ, ਤੇ ਜੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕੇ ਬਿਨਾ ਅੱਗੇ ਵਧਦਾ ਦਿੱਲੀ ਨੂੰ ਤਾਂ ਹਾਰ ਹੁੰਦੀ ਹੈ, ਪਿੱਛੇ ਮੁੜਦਾ ਤੇ ਚੋਟ ਲੱਗਦੀ ਹੈ। ਗਹਿ ਚੱਕ ਚੁੰਦਰ ਸਰਪ ਜਿਉ ਐਸੇ ਭਇਓ ਵਿਚਾਰ। ਹੁਣ ਚਕਚੁੰਦਰ ਜਿਵੇਂ ਸੱਪ ਮੂੰਹ 'ਚ ਲੈ ਲਵੇ ਤੇ ਛਛੁੰਦਰ ਸੱਪ ਨੇ ਮੂੰਹ ਵਿੱਚ ਲਈ ਹੋਵੇ, ਖਾਵੇ ਤਾਂ ਕੋੜੀ ਹੁੰਦਾ, ਛੱਡ ਦੇਵੇ ਤੇ ਅੰਨਾ ਹੁੰਦਾ। ਨਾ ਖਾ ਸਕਦਾ ਨਾ ਛੱਡ ਸਕਦਾ, ਉਹੀ ਹਾਲਤ ਬਾਬਰ ਦੀ ਬਣੀ ਹੋਈ ਹੈ। ਚੋਪਈ ਥਰ ਥਰ ਕੰਪੇ ਬਾਬਰ ਦੇਹ। ਸਰੀਰ ਬਾਬਰ ਦਾ ਥਰ ਥਰ ਕੰਬਦਾ, ਜਿਵੇਂ ਕਾਂਬਾ ਲੱਗਾ ਹੋਵੇ ਨਾ, ਕਾਂਬੇ ਦਾ ਬੁਖਾਰ ਚੜਦਾ। ਕਹਿੰਦੇ ਏਦਾਂ ਮਾਨੋ ਜਿਵੇਂ ਕਾਂਬੇ ਦਾ ਬੁਖਾਰ ਚੜਿਆ ਬਾਬਰ ਨੂੰ ਤੇ ਥਰ ਥਰ ਕੰਬਦਾ ਹੈ। ਬਾਬਰ ਉਪਜੇ ਬੋ ਸੰਦੇਹ। ਬਾਬਰ ਦੇ ਮਨ 'ਚ ਬੜੇ ਸੰਦੇਹ ਪੈਦਾ ਹੋਏ। ਉਹਾ ਪਿਕੰਬਰ ਦਿਓ ਜਵਾਬ। ਕਿ ਉੱਥੇ ਤਾਂ ਪੈਗੰਬਰ ਸਾਹਿਬ ਨੇ ਮੈਨੂੰ ਜਵਾਬ ਦੇ ਦਿੱਤਾ ਹੈ। ਉਹ ਕਹਿੰਦੇ ਹਿੰਦ ਦੀ ਪਾਤਸ਼ਾਹੀ ਮੇਰੇ ਕੋਲ ਨਹੀਂ ਹੈ, ਮੁਝ ਕਰ ਦੀਨੋ ਹਿੰਦੂ ਤਾਬ। ਤੇ ਮੈਨੂੰ ਹਿੰਦ ਦੇ ਪੀਰ ਗੁਰੂ ਨਾਨਕ ਸਾਹਿਬ ਦੇ ਤਾਬਿਆਂ ਕਰ ਦਿੱਤਾ, ਅਧੀਨ ਕਰ ਦਿੱਤਾ। ਅਬ ਮੈਂ ਆਸ ਔਰ ਕਿਸ ਕਰੂੰ। ਜੇ ਪੈਗੰਬਰ ਸਾਹਿਬ ਨੇ ਨਾ ਕਰ ਦਿੱਤੀ ਹੈ ਮੈਨੂੰ, ਤੇ ਮੈਂ ਹੁਣ ਹੋਰ ਆਪਣੇ ਕਿਹੜੇ ਪੀਰ ਫਕੀਰ ਦੀ ਆਸ ਕਰਾਂ। ਅਬ ਕਿਸੇ ਆਗੇ ਸਜਦੋ ਕਰੂੰ। ਕਿਹਦੇ ਅੱਗੇ ਜਾ ਕੇ ਸਜਦਾ ਕਰਾਂ ਜੇ ਮੇਰੇ ਪੈਗੰਬਰ ਨੇ ਮੈਨੂੰ ਇਨਕਾਰ ਕਰ ਦਿੱਤਾ। ਬੇੜਾ ਪੜਿਓ ਸਮੁੰਦਰ ਮਾਏ। ਮੇਰਾ ਬੇੜਾ ਸਮੁੰਦਰ ਦੇ ਵਿੱਚ ਹੈ। ਦਿਓ ਪਿਕੰਬਰ ਅੱਗੇ ਤਕਾਏ। ਪੈਗੰਬਰ ਸਾਹਿਬ ਨੇ ਮੇਰਾ ਬੇੜਾ ਸਮੁੰਦਰ ਦੀ ਮੰਝ ਧਾਰ ਵਿੱਚ ਧੱਕ ਕੇ ਅੱਗੇ ਕਰ ਦਿੱਤਾ। ਬਿਨ ਖੇਵਟ ਬੇੜਾ ਕਿਮ ਪਾਰ ਪਰੇ। ਹੁਣ ਜਦੋਂ ਤੱਕ ਮਲਾਹ ਨਾ ਬੈਠੇ ਉਸ ਬੇੜੇ ਤੇ, ਮਲਾਹ ਤੋਂ ਬਿਨਾ ਹੁਣ ਉਹ ਬੇੜਾ ਬੰਨੇ ਕਿਵੇਂ ਲੱਗੇ, ਪਾਰ ਕਿਵੇਂ ਕਿਨਾਰੇ ਤੇ ਪਹੁੰਚੇ। ਜਾਏ ਕਹੂੰ ਔਖੀ ਧਾਰ। ਹੁਣ ਕਿਵੇਂ ਜਾ ਕੇ ਕਿਹੜੇ ਮੂੰਹ ਨਾਲ ਕਹਾਂ ਗੁਰੂ ਨਾਨਕ ਸਾਹਿਬ ਨੂੰ, ਜਿਨ੍ਹਾਂ ਨੂੰ ਮੈਂ ਬੜੇ ਮਾਣ ਨਾਲ ਕਹਿ ਕੇ ਗਿਆ ਸੀ ਕਿ ਮੈਂ ਪਾਤਸ਼ਾਹੀ ਆਪਣੇ ਪੈਗੰਬਰ ਕੋਲੋਂ ਲੈਣੀ ਹੈ। ਹੁਣ ਉਸ ਗੁਰੂ ਬਾਬੇ ਨੂੰ ਕਿਵੇਂ ਕਹਾਂ ਕਿ ਪਾਤਸ਼ਾਹੀ ਤੁਸੀਂ ਦਿਓ। ਬੜਾ ਸੋਚੀ ਪੈਂਦਾ, ਮਨ ਹੀ ਮਨ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਬਾਬਰ। ਐਸੀ ਐਸੀ ਸੋਚਾਂ ਕਰੇ। ਇਹੋ ਜੀਆਂ ਕਈ ਤਰ੍ਹਾਂ ਦੀਆਂ ਸੋਚਾਂ ਤੇ ਚਿਤਵਨੀਆਂ ਬਾਬਰ ਚਿਤਵਦਾ ਹੈ। ਕਬ ਡੂਬੇ ਕਬ ਸੰਸਿਓ ਤਰੇ। ਕਦੇ ਡੁੱਬ ਜਾਂਦਾ ਤੇ ਕਦੇ ਸੰਸਿਓ ਤਰਨ ਦਾ ਯਤਨ ਕਰਦਾ ਹੈ। ਦੋਹਰਾ ਤਬ ਬਾਬਰ ਕੇ ਮਨ ਪੁਰੀ
ਧਰੀ ਬਹੁਰ ਮਨ ਧੀਰ। ਕਈ ਤਰ੍ਹਾਂ ਦੀਆਂ ਸੋਚਾਂ ਸੋਚਣ ਤੋਂ ਬਾਅਦ, ਉਤਾਰ ਚੜਾਅ ਤੋਂ ਬਾਅਦ ਬਾਬਰ ਨੇ ਆਪਣੇ ਮਨ 'ਚ ਸੋਚਿਆ ਤੇ ਮਨ ਨੂੰ ਧੀਰਜ ਦਿੱਤਾ। ਪਿਕੰਬਰ ਪੀ ਐਸੇ ਕਹਿਓ ਸੋ ਹਿੰਦ ਨਾਨਕ ਬਸ ਪੀਰ। ਕਹਿਣ ਲੱਗਾ ਕਿ ਪੈਗੰਬਰ ਸਾਹਿਬ ਨੇ ਵੀ ਕਿਹਾ ਕਿ ਹਿੰਦੁਸਤਾਨ ਦੀ ਪਾਤਸ਼ਾਹੀ ਕੇਵਲ ਗੁਰੂ ਨਾਨਕ ਸਾਹਿਬ ਕੋਲ ਹੈ, ਉਹੀ ਦੇਣ ਤਾਂ ਦੇਣ। ਇਹ ਮਨ ਦੇ ਵਿੱਚ ਇਹਦੇ ਤਸੱਲੀ ਹੋ ਗਈ ਕਿ ਹੁਣ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਹੀ ਜਾ ਕੇ ਮੰਗਾ ਤਾਂ ਮੇਰੀ ਕਾਮਨਾ, ਮੇਰੀ ਇੱਛਾ ਪੂਰੀ ਹੋਵੇਗੀ। ਜੋ ਪਈ ਤਬ ਬਾਬਰ ਕੇ ਯੋਂ ਚਿਤ ਆਈ। ਫਿਰ ਬਾਬਰ ਕਈ ਤਰ੍ਹਾਂ ਦੀਆਂ ਸੋਚਾਂ ਸੋਚਣ ਤੋਂ ਬਾਅਦ ਇਸ ਨਿਰਣੇ ਤੇ ਪਹੁੰਚਿਆ, ਪਰੋਂ ਚਰਨ ਅਬ ਨਾਨਕ ਜਾਈ। ਕਿ ਹੁਣ ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਜਾ ਕੇ ਢਹਿ ਪਵਾਂ, ਬੇਨਤੀ ਕਰਾਂ। ਪਹਿਲਾਂ ਤਾਂ ਥੋੜਾ ਬਹੁਤਾ ਗਰੂਰ ਸੀ ਨਾ, ਹੁਣ ਸਾਰਾ ਗਰੂਰ ਨਿਕਲ ਗਿਆ, ਮਨ ਦਾ ਹੰਕਾਰ ਨਿਕਲ ਗਿਆ। ਕਹਿੰਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਸਜਦਾ ਕਰਾਂ। ਸਭ ਪੀਰਨ ਸਿਰ ਨਾਨਕ ਪੀਰ। ਮੈਂ ਜਾਣ ਲਿਆ ਕਿ ਦੁਨੀਆ ਦੇ ਨਹੀਂ, ਪੂਰੇ ਸੰਸਾਰ ਭਰ ਦੇ ਵਿੱਚ ਜਿਤਨੇ ਪੀਰ ਨੇ, ਉਹਨਾਂ ਪੀਰਾਂ ਦੇ ਵੀ ਮਹਾਨ ਪੀਰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਪੀਰ ਹਨ। ਨਾਨਕ ਬਿਨ ਕੋ ਤਰਾਵੇ ਧੀਰ। ਗੁਰੂ ਨਾਨਕ ਸਾਹਿਬ ਤੋਂ ਬਿਨਾਂ ਮੈਨੂੰ ਕਿਸੇ ਨੇ ਧੀਰਜ ਨਹੀਂ ਦੇਣਾ, ਉਹਨਾਂ ਤੋਂ ਬਿਨਾਂ ਮੈਨੂੰ ਕਿਸੇ ਨੇ ਪਾਤਸ਼ਾਹੀ ਨਹੀਂ ਦੇਣੀ। ਤਬ ਉਨ ਦੌਲਤ ਤੁਰਤ ਬੁਲਾਇਆ। ਉਸੇ ਵੇਲੇ ਨਵਾਬ ਦੌਲਤ ਖਾਨ ਨੂੰ ਬਾਬਰ ਨੇ ਬੁਲਾਇਆ। ਤੈਨੇ ਮੁਝ ਇਹਾਂ ਆਨ ਫਸਾਇਆ। ਕਹਿੰਦਾ ਬਾਬਰ ਕਹਿੰਦਾ ਦੌਲਤ ਖਾਨ, ਤੇਰੇ ਕਹਿਣ ਤੇ ਮੈਂ ਚੱਲ ਕੇ ਆਇਆ, ਤੂੰ ਮੈਨੂੰ ਇੱਥੇ ਆ ਕੇ ਫਸਾ ਦਿੱਤਾ। ਘੁੰਮਣ ਵਾਣੀ ਮੈਂ ਦਿਓ ਡਾਰ। ਮੈਨੂੰ ਤੂੰ ਘੁੰਮਣ ਘੇਰੀ ਦੇ ਵਿੱਚ ਪਾ ਦਿੱਤਾ ਹੈ। ਕੋ ਸਤਿਗੁਰ ਕੋ ਲਾਵੇ ਪਾਰ। ਚੱਲ ਮੇਰੀ ਸਿਫਾਰਿਸ਼ ਕਰ ਗੁਰੂ ਨਾਨਕ ਸਾਹਿਬ ਕੋਲ ਕਿ ਇਸ ਘੁੰਮਣ ਘੇਰੀ ਤੋਂ ਮੇਰਾ ਬੇੜਾ ਪਾਰ ਲਾ ਦੇਣ ਸਤਿਗੁਰੂ ਜੀ, ਉਹ ਮੇਰਾ ਬੇੜਾ ਕਿਨਾਰੇ ਲਾ ਦੇਣ। ਲੈ ਦੌਲਤ ਤਵ ਤੁਰਿਓ ਸਾਥ। ਦੌਲਤ ਖਾਨ ਨੇ ਆਖਿਆ ਚੱਲ ਬਾਬਰ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਬੜੇ ਦਿਆਲੂ ਨੇ, ਬੜੇ ਕਿਰਪਾਲੂ ਨੇ, ਉਹਨਾਂ ਦੀ ਸ਼ਰਨ ਪਵੇਂਗਾ, ਉਹ ਤੇਰੇ ਤੇ ਰੀਝ ਪੈਣਗੇ, ਪ੍ਰਸੰਨ ਹੋ ਜਾਣਗੇ। ਛੂਹੇ ਚਰਨ ਉਹ ਜੋੜੇ ਹਾਥ। ਚੱਲ ਕੇ ਪਹੁੰਚਿਆ ਸਤਿਗੁਰਾਂ ਦੇ ਚਰਨਾਂ ਚ ਆ ਕੇ। ਪਹਿਲਾਂ ਤਾਂ ਜਦੋਂ ਪਹਿਲੀ ਵਾਰ ਆਇਆ ਦੂਰੋਂ ਹੀ ਮੱਥਾ ਟੇਕਿਆ, ਹੁਣ ਤਾਂ ਚਰਨ ਫੜ ਲਏ ਗੁਰੂ ਨਾਨਕ ਸਾਹਿਬ ਦੇ ਬਾਬਰ ਨੇ। ਚਰਨ ਪਕੜ ਕੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਆਪਣਾ ਮੱਥਾ ਛੁਆਇਆ, ਸਪਰਸ਼ ਕੀਤਾ। ਮੈਂ ਹੋ ਤੁਝ ਦਾਸਨ ਕੋ ਦਾਸ। ਬੋਲਿਆ ਬਾਬਰ, ਮਹਾਰਾਜ ਮੈਂ ਤੁਹਾਡੇ ਦਾਸਾਂ ਦਾ ਦਾਸ ਹਾਂ, ਤੁਹਾਡੇ ਜਿਹੜੇ ਦਾਸ ਨੇ ਉਹਨਾਂ ਦਾ ਵੀ ਦਾਸ ਹਾਂ। ਪੂਰਨ ਕਰੋ ਹਮਾਰੀ ਆਸ। ਮੇਰੇ ਮਨ ਦੀ ਆਸ ਪੂਰਨ ਕਰ ਦਿਓ, ਹੈ ਆਸਾਂ ਪੂਰਨ ਕਰਨ ਵਾਲੇ ਸਤਿਗੁਰੂ ਜੀ। ਦੋਹਰਾ ਉਹਾਂ ਜੋ ਬਾਬਰ ਦੇਖਿਓ ਕਹੀ ਸੋਈ ਤੈ ਆਨ। ਕਹਿੰਦੇ ਬਾਬਰ ਨੇ ਜੋ ਕੁਝ ਵੇਖਿਆ ਪਹਿਲਾਂ ਉੱਥੇ ਦਰਗਾਹ ਵਿੱਚ, ਉਹ ਸਭ ਕੁਝ ਆ ਕੇ ਨੇ ਗੁਰੂ ਨਾਨਕ ਸਾਹਿਬ ਨੂੰ ਦੱਸਿਆ। ਸਤਿਗੁਰ ਹੱਸ ਕੇ ਚੁੱਪ ਰਹੇ, ਓਏ ਸਭ ਜਾਣੀ ਜਾਣ। ਸਤਿਗੁਰੂ ਜੀ ਸੁਣ ਕੇ ਨਾ ਹੱਸ ਪਏ। ਮਹਾਰਾਜ ਜੀ ਤਾਂ ਪਹਿਲਾਂ ਹੀ ਜਾਣਦੇ ਸਨ, ਉਹਨਾਂ ਤੇ ਵਿਖਾਇਆ ਸਭ ਕੁਝ ਬਾਬਰ ਨੂੰ। ਇਹਨੇ ਦੱਸਿਆ ਮਹਾਰਾਜ ਉੱਥੇ ਆ ਵੇਖਿਆ। ਸਤਿਗੁਰੂ ਜੀ ਸੁਣੇ ਤੇ ਹੱਸ ਪਏ ਤੇ ਜਾਣੀ ਜਾਣ ਸਤਿਗੁਰੂ ਜਾਣਦੇ ਸਨ ਸਾਰੀ ਖੇਡ ਕੀ ਵਰਤੀ ਹੈ। ਚੋਪਈ ਫਿਰ ਬਾਬਰਿਓਂ ਬਚਨ ਸੁਨਾਇਓ। ਫਿਰ ਬਾਬਰ ਬੋਲਿਆ, ਸਤਿਗੁਰਾਂ ਨੂੰ ਕਹਿਣ ਲੱਗਾ, ਤੇਰੋ ਭੇਤ ਨ ਕਿਨੂ ਪਾਇਓ। ਮਹਾਰਾਜ ਤੁਹਾਡਾ ਭੇਤ ਕੋਈ ਨਹੀਂ ਜਾਣਦਾ। ਤੂੰ ਸ਼ਰੀਕ ਖੁਦਾਏ ਕੋ ਆਹੀ। ਮਹਾਰਾਜ ਤੁਸੀਂ ਖੁਦਾ ਦੇ ਭਰਾ ਹੋ, ਖੁਦਾ ਦੇ ਰੱਬ ਦੇ ਭਰਾ ਹੋ। ਤੂੰ ਖੁਦਾਏ ਕੋ ਜਾਇਓ ਤਾਈ। ਜਾਂ ਤੁਸੀਂ ਖੁਦਾ ਦੇ ਪੁੱਤਰ ਹੋ। ਕਹਿੰਦਾ ਮੈਨੂੰ ਨਹੀਂ ਪਤਾ, ਤੁਹਾਡਾ ਭੇਦ ਨਹੀਂ ਜਾਣਦਾ ਕੋਈ। ਤੁਸੀਂ ਖੁਦਾ ਦੇ ਭਰਾ ਹੋ ਜਾਂ ਖੁਦਾ ਦੇ ਪੁੱਤਰ ਹੋ। ਤੈਥੋਂ ਜੁਦਾ ਨ ਆਪ ਖੁਦਾਏ। ਜਾਂ ਤੁਸੀਂ ਖੁਦ ਖੁਦਾ ਹੋ,
ਖੁਦਾ ਤੁਹਾਡੇ ਤੋਂ ਵੱਖਰਾ ਨਹੀਂ, ਮੈਂ ਤਾਂ ਇਹ ਜਾਣਦਾ ਖੁਦਾ ਤੁਹਾਡੇ ਤੋਂ ਵੱਖਰਾ ਨਹੀਂ ਹੈ। ਤੁਸੀਂ ਖੁਦ ਖੁਦਾ ਹੋ, ਖੁਦ ਰੱਬ ਹੋ ਜਾਂ ਰੱਬ ਦੇ ਜਾਏ ਹੋ। ਕਹਿੰਦੇ ਮੈਂ ਤਾਂ ਇਹ ਜਾਣਿਆ ਕਿ ਤੁਸੀਂ ਖੁਦ ਆਪ ਰੱਬ ਹੋ ਇਸ ਮਾਤ ਲੋਕ ਦੀ ਧਰਤੀ ਤੇ। ਜੋ ਹੋਵੇ ਸੋ ਤੇਰੀ ਰਜਾਏ, ਜੋ ਹੋਇਆ ਹੈ ਤੁਹਾਡੀ ਰਜਾ 'ਚ ਹੋਇਆ, ਜੋ ਹੋ ਰਿਹਾ ਉਹ ਵੀ ਤੁਹਾਡੀ ਰਜਾ 'ਚ ਹੋ ਰਿਹਾ, ਤੇ ਆਉਣ ਵਾਲੇ ਸਮੇਂ 'ਚ ਜੋ ਹੋਵੇਗਾ ਹੇ ਗੁਰੂ ਬਾਬਾ ਜੀ ਉਹ ਵੀ ਤੁਹਾਡੀ ਰਜਾ ਵਿੱਚ ਹੋਵੇਗਾ। ਤੂੰ ਰਜਾਏ ਕੋ ਕਰਨੇ ਹਾਰ, ਤੁਸੀਂ ਆਪਣੀ ਰਜਾ ਕਰਨ ਵਾਲੇ ਹੋ, ਹੁਕਮ ਕਰਨ ਵਾਲੇ ਹੋ। ਤੇਰਾ ਅੰਤ ਨ ਪਾਰਾਵਾਰ, ਮਹਾਰਾਜ ਤੁਹਾਡਾ ਅੰਤ ਨਹੀਂ ਪਾਇਆ ਜਾ ਸਕਦਾ, ਨਾ ਉਰਾਰਲਾ ਨਾ ਪਾਰਲਾ, ਤੁਹਾਡਾ ਅੰਤ ਨਹੀਂ ਜਾਣਿਆ ਜਾ ਸਕਦਾ। ਤੁਸੀਂ ਬੇਅੰਤ ਹੋ, ਪਾਰਾਵਾਰ ਤੋਂ ਰਹਿਤ ਹੋ। ਤੂੰ ਕਰਤਾ ਹੈ ਕਾਦਰ ਕਰੀਮ, ਤੁਸੀਂ ਕਰਤਾ ਹੋ, ਕਾਦਰ ਹੋ, ਕਰੀਮ, ਕਿਰਪਾ ਦੇ ਮਾਲਕ ਹੋ, ਰਹਿਮਤਾਂ ਦੇ ਸਾਗਰ ਹੋ। ਖੁਦ ਖੁਦਾਏ ਹੈ ਤੂੰ ਹੀ ਰਹੀਮ, ਤੁਸੀਂ ਖੁਦ ਖੁਦਾ ਹੋ ਤੇ ਖੁਦ ਰਹੀਮ ਹੋ, ਪਰਵਰਦਗਾਰ ਹੋ, ਰਹਿਮਤਾਂ ਦੇ ਸਾਗਰ ਹੋ। ਤੂੰ ਹੀ ਪਿਕੰਬਰ ਰਾਹੋ ਨੁਮਾਏ, ਤੁਸੀਂ ਹੀ ਪੈਗੰਬਰਾਂ ਦੇ ਰਾਹ ਦੱਸਣ ਵਾਲੇ ਹੋ, ਉਹਨਾਂ ਪੈਗੰਬਰਾਂ ਨੂੰ ਰਾਹ ਨੁਮਾ ਕਰਨ ਵਾਲੇ ਹੋ। ਤੇਰਾ ਸਿਰ ਨ ਪਾਇਓ ਜਾਏ, ਮਹਾਰਾਜ ਤੁਹਾਡੇ ਅੰਦਰ ਦੇ ਭੇਦ ਦਾ ਅੰਤ ਨਹੀਂ ਪਾਇਆ ਜਾ ਸਕਦਾ। ਦੋਹਰਾ ਤੇਰੇ ਨਾਮ ਪਰ ਮੈਂ ਬਿਕਿਓ, ਦੌਲਤ ਹਾਥ ਪਠਾਨ। ਮਹਾਰਾਜ ਤੁਹਾਡੇ ਨਾਂ ਤੇ ਮੈਂ ਵਿਕ ਗਿਆ ਹਾਂ ਦੌਲਤ ਖਾਂ ਪਠਾਨ ਕੋਲ। ਤੁਹਾਡੇ ਨਾਂ ਦੇ ਉੱਤੇ ਮੈਂ ਵਿਕ ਗਿਆ ਹਾਂ ਦੌਲਤ ਖਾਨ ਪਠਾਨ ਦੇ ਹੱਥ। ਅਬ ਚਾਹੇ ਸੋ ਕੀਜੀਏ ਆਪਣੀ ਲਾਜ ਪਛਾਣ, ਹੁਣ ਤੁਹਾਨੂੰ ਜੋ ਚਾਹੇ ਤੁਸੀਂ ਕਰੋ ਤੇ ਆਪਣੀ ਲਾਜ ਪਛਾਣੋ, ਕਿਉਂਕਿ ਮੈਂ ਤੁਹਾਡੇ ਬਚਨਾਂ ਤੇ ਵਿਕ ਗਿਆ ਹਾਂ, ਤੁਹਾਡਾ ਹੋ ਗਿਆ। ਹੁਣ ਆਪਣੀ ਲਾਜ ਤੁਸੀਂ ਆਪ ਰੱਖੋ ਗਰੀਬ ਨਵਾਜ। ਚੌਪਈ ਯੋ ਸਤਿਗੁਰ ਸੁਣ ਪਇਓ ਦਿਆਲਾ, ਇਹ ਸੁਣ ਕੇ ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆਏ। ਕਇਓ ਲਿਆਇਓ ਮੁੱਠ ਪਾਏ ਦੈ ਚੋਲੀ। ਮਹਾਰਾਜ ਜੀ ਕਹਿੰਦੇ ਕੀ ਲਿਆਇਆ ਭੇਟਾ ਬਈ ਸਾਡੇ ਲਈ? ਜਾਣੀ ਜਾਣਦੇ ਸਨ ਵੀ ਲਿਆਇਆ ਕੀ ਹੈ। ਕਹਿੰਦੇ ਕੀ ਲਿਆਇਆ? ਸਾਡੇ ਵਾਸਤੇ ਭੇਟਾ ਲਿਆ, ਸਾਡੇ ਕੋਲ ਹਾਜ਼ਰ ਕਰ। ਬਾਬਰ ਤੁਰਤ ਵੈ ਥੈਲੀ ਖੋਲੀ, ਇਹ ਭੰਗ ਦਾ ਥੈਲਾ ਲਿਆਇਆ ਸੀ ਭਰ ਕੇ, ਛੋਟੀ ਜੀ ਥੈਲੀ ਸੀ, ਉਹ ਇਹਨੇ ਲਿਆ ਕੇ ਸਤਿਗੁਰਾਂ ਦੇ ਸਾਹਮਣੇ ਖੋਲੀ। ਸਤ ਮੁੱਠੀ ਪਰ ਝੋਲੀ ਪਾਈ, ਇੱਕ ਮੁੱਠੀ ਕੱਢੀ ਪਾ ਦਿੱਤੀ, ਫਿਰ ਦੂਜੀ। ਸਤਿਗੁਰੂ ਜੀ ਵੇਖ ਕੇ ਹੱਸੀ ਜਾਣ ਵੀ ਆਮ ਫਕੀਰ ਜਿਹੜੇ ਸਾਧ ਹੁੰਦੇ ਆ ਉਹ ਇਹ ਭੰਗ ਦੇ ਪੁਜਾਰੀ ਹੁੰਦੇ, ਵੀ ਸਾਨੂੰ ਉਦਾਂ ਦਾ ਸਮਝਦਾ, ਇਹ ਸੋਚਦਾ ਵੀ ਸ਼ਾਇਦ ਗੁਰੂ ਬਾਬਾ ਜੀ ਵੀ ਇਹ ਭੰਗ ਛਕਦੇ ਹੋਣਗੇ। ਪਰ ਮੇਰੇ ਸਾਹਿਬ ਬੜੇ ਦਿਆਲੂ ਕਿਰਪਾਲੂ ਨੇ, ਇਹਨੇ ਇੱਕ ਮੁੱਠੀ ਭਰ ਕੇ ਭੰਗ ਦੇ ਦਿੱਤੀ, ਦੂਜੀ ਤੀਜੀ, 7 ਮੁੱਠਾਂ ਵਿੱਚ ਸਾਰਾ ਥੈਲਾ ਖਾਲੀ ਕਰ ਦਿੱਤਾ। ਸਤ ਪਾਤਸ਼ਾਹੀ ਦੀਨੀ ਸਾਰੀ, ਮਹਾਰਾਜ ਜੀ ਨੇ ਜਦੋਂ ਇੱਕ ਮੁੱਠੀ ਪਾਈ ਕਹਿੰਦੇ ਇੱਕ ਕੁੱਲ ਦੀ ਪਾਤਸ਼ਾਹੀ, ਦੂਜੀ ਕਹਿੰਦੇ ਦੂਜੀ। ਜਦੋਂ 7 ਮੁੱਠੀਆਂ ਪਾਈਆਂ ਮਹਾਰਾਜ ਜੀ ਕਹਿਣ ਲੱਗੇ ਬਾਬਰ ਤੇਰੀਆਂ 7 ਪੁਸ਼ਤਾਂ ਰਾਜ ਕਰਨਗੀਆਂ, ਤੇਰੀਆਂ 7 ਪੁਸ਼ਤਾਂ ਨੂੰ ਰਾਜ ਦੇ ਦਿੱਤਾ। ਦੋਹਰਾ ਭੰਗ ਬਦਲੇ ਸਭ ਹਿੰਦ ਦਈ, ਇਹ ਬੇਪਰਵਾਹੀ ਕੀਨ। ਕਹਿੰਦੇ ਭੰਗ ਦੇ ਬਦਲੇ ਸਾਰੇ ਹਿੰਦੁਸਤਾਨ ਦੀ ਪਾਤਸ਼ਾਹੀ ਦੇ ਦਿੱਤੀ, ਬੇਪਰਵਾਹ ਥਾ ਸੁਹਾਬਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ। ਇਹ ਇੱਕ ਕਹਾਵਤ ਹੈ ਨਾ ਵੀ ਭੰਗ ਬਦਲੇ ਦੇ ਦਿੱਤੀ, ਵੀ ਯਾਨੀ ਕਿ ਲਿਆ ਨਹੀਂ ਕੁਝ। ਬਾਬਰ ਕਿਹੜਾ ਆ ਕੇ ਗੁਰੂ ਨਾਨਕ ਸਾਹਿਬ ਦੇ ਘਰ 'ਚ ਝਾੜੂ ਪਿਆ ਫੇਰਦਾ ਸੀ, ਕੋਈ ਕਾਲਣਾ ਥੋੜੀ ਕਾਲੀ ਆ ਉਹਨੇ। ਪਾਤਸ਼ਾਹ ਇੰਨੇ ਬੇਪਰਵਾਹ ਕੇ ਰੰਗ ਵਿੱਚ ਆਏ ਤੇ ਭੰਗ ਦੇ ਬਦਲੇ ਪਾਤਸ਼ਾਹੀ ਦੇ ਦਿੱਤੀ। ਹਾਲਾਂਕਿ ਉਹ ਭੰਗ ਵੀ ਮੇਰੇ ਸਤਿਗੁਰਾਂ ਦੇ ਕਿਸੇ ਕੰਮ ਨਹੀਂ ਹੈ। ਉਹ ਤਾਂ ਕਹਿੰਦੇ ਆ ਭਾਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਅਤੀਤ। ਉਹ ਤਾਂ ਅਕਾਲ ਪੁਰਖ ਜੀ ਦੇ ਡਰ ਨੂੰ ਹੀ ਆਪਣੀ ਭੰਗ ਬਣਾਈ ਬੈਠੇ ਹਨ।
ਆਪਣੇ ਚਿੱਤ ਨੂੰ ਹੀ ਉਹ ਦੋਰੀ ਬਣਾਈ ਬੈਠੇ ਨੇ, ਜਿਹਦੇ ਵਿੱਚ ਰਗੜਦੀ ਜਾਂ ਖੱਲੜੀ ਕਹਿ ਦਿੰਦੇ ਆ ਥੈਲੀ ਨੂੰ, ਥੈਲੀ 'ਚ ਰੱਖਦੇ ਆ ਨਾ ਭੰਗ ਪਾ ਕੇ। ਰੱਬ ਦਾ ਭੈ ਆਪਣੇ ਚਿੱਤ 'ਚ ਰੱਖਿਆ ਹੋਇਆ। ਤੋ ਇਸ ਕਰਕੇ ਕਹਿਣ ਲੱਗੇ ਕਿ ਇਹ ਹੈ ਵੀ ਨਹੀਂ ਸਾਡੇ ਕੰਮ ਦੀ, ਪਰ ਭੰਗ ਦੇ ਬਦਲੇ ਮਹਾਰਾਜ ਜੀ ਨੇ ਪਾਤਸ਼ਾਹੀ ਦੇ ਦਿੱਤੀ ਬਾਬਰ ਨੂੰ, ਉਹ ਵੀ 7 ਪੁਸ਼ਤਾਂ ਦਾ ਰਾਜ ਦੇ ਦਿੱਤਾ। ਜਿਮ ਪਸ ਮੰਤਰ ਦੇ ਬਰ ਦਖ ਸਿਰ ਸ਼ਿਵ ਨਿਜ ਲੀਨ। ਜਿਵੇਂ ਸ਼ਿਵ ਨੇ ਦਿੱਤਾ ਸੀ ਨਾ ਭਸਮਾਸੁਰ ਨੂੰ ਵਰ, ਪਰ ਉਹ ਵਰ ਹੀ ਉਹਦੇ ਲਈ ਮੁੜ ਕੇ ਬਾਅਦ 'ਚ ਸਰਾਪ ਬਣਿਆ। ਹਾਂਜੀ। ਸੋਰਠਾ ਜਬ ਗੁਰ ਕਿਓ ਉਚਾਰ ਭੰਗ ਬਦਲ ਸਭ ਹਿੰਦ ਦਈ। ਮਹਾਰਾਜ ਜੀ ਬੋਲੇ, ਕਹਿੰਦੇ ਹਾਂ ਵੀ ਬਾਬਰ ਭੰਗ ਦੇ ਬਦਲੇ ਤੈਨੂੰ ਹਿੰਦੁਸਤਾਨ ਦਾ ਰਾਜ ਦੇ ਦਿੱਤਾ। ਪੈਗੰਬਰ ਸਾਹਿਬ ਕੋਲ ਗਿਆ ਸੀ, ਕਿੰਨੀਆਂ ਜਾ ਕੇ ਮਿੰਨਤਾਂ ਤਰਲਾਂ ਕੀਤੇ ਨੇ, ਨਹੀਂ ਮਿਲਿਆ, ਕੁਝ ਨਹੀਂ ਮਿਲਿਆ। ਪਰ ਆਵੇ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਬਰਕਤਾਂ, ਕੁਝ ਵੀ ਨਹੀਂ ਲਿਆ ਤੇਰੇ ਕੋਲੋਂ। ਭੰਗ ਦਾ ਮਤਲਬ ਕੱਖ ਵੀ ਨਹੀਂ ਲਿਆ ਤੇਰੇ ਕੋਲੋਂ, ਔਰ ਉਹਦੇ ਬਦਲੇ ਤੈਨੂੰ ਰਾਜ ਦੇ ਦਿੱਤਾ ਹੈ। ਕੀਨੋ ਐਸ ਕਰਾਰ ਫਿਰ ਪਾਤਸ਼ਾਹੀ ਲਹਿੰਗੇ। ਪਰ ਯਾਦ ਰੱਖੀਏ ਵੀ ਇਕਰਾਰ ਹੈ ਸਾਡਾ ਕਿ ਤੈਨੂੰ ਇਹ ਪਾਤਸ਼ਾਹੀ ਦਿੱਤੀ ਆ, ਸਮਾਂ ਆਉਣ ਤੇ ਤੁਹਾਡੇ ਕੋਲੋਂ ਵਾਪਸ ਵੀ ਲਵਾਂਗੇ। ਸਮਾਂ ਆਵੇਗਾ ਜਦੋਂ ਇਹ ਵਾਪਸ ਵੀ ਲੈ ਲਵਾਂਗੇ। ਦੋਹਰਾ ਜਬ ਸਤਿਗੁਰ ਨੇ ਓ ਕਿਓ ਸੁਨ ਬਾਬਰ ਸੁਲਤਾਨ। ਸਤਿਗੁਰੂ ਜੀ ਨੇ ਜਦੋਂ ਇਹ ਕਿ ਆਖਿਆ ਬਾਬਰ ਸੁਣ, ਫਿਰ ਹੋਨੇ ਜਬ ਹੋਏਗੋ ਤਬ ਲੈ ਹੋਂਦੇ ਕਰਤਾਨ। ਕਹਿੰਦੇ ਫਿਰ ਹੂੰ ਨਹ ਜਬ ਹੋਏਗੋ, ਕਹਿੰਦੇ ਫਿਰ ਜਦੋਂ ਨਹੀਂ ਹੋਵੇਗਾ ਤੇਰੇ ਕੋਲੋਂ ਆਪਣੇ ਤਾਣ ਤਾਕਤ ਦੇ ਨਾਲ ਜ਼ੋਰ ਨਾਲ ਲੈ ਵੀ ਲਵਾਂਗੇ, ਜਦੋਂ ਤੇਰੇ ਕੋਲੋਂ ਰਾਜ ਨਾ ਹੋਇਆ। ਅੜਿਲ ਸੁਨ ਸਤਿਗੁਰ ਕੇ ਬਚਨ ਬਾਬਰ ਯੋਂ ਪਾਖਿਓ। ਬਾਬਰ ਬੋਲਿਆ ਸੁਣ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ, ਦੇ ਕੇ ਲੈਣੋ ਥੂਕ ਵਡਨਈ ਆਖਿਓ। ਕਹਿਣ ਲੱਗਾ ਜੀ ਇੱਥੇ ਵੱਡੇ ਬਜ਼ੁਰਗੇ ਕਹਿੰਦੇ ਆ ਵੀ ਕਿਸੇ ਨੂੰ ਦੇ ਕੇ ਕੋਈ ਵਸਤੂ ਉਹਦੇ ਕੋਲੋਂ ਵਾਪਸ ਲੈਣੀ ਇਹ ਯੋਗ ਨਹੀਂ ਹੁੰਦੀ। ਜਦੋਂ ਦੇ ਦਿੱਤੀ ਕਿਸੇ ਨੂੰ ਫਿਰ ਕਾਹਦੀ ਲੈਣੀ ਵਾਪਸ ਉਹ ਵਸਤੂ, ਜਦੋਂ ਦੇ ਹੀ ਦਿੱਤੀ। ਦੇ ਕੇ ਵਸਤੂ ਵਾਪਸ ਲੈਣਾ ਇਹ ਸਿਆਣੇ ਸਹੀ ਨਹੀਂ ਦੱਸਦੇ। ਦੇ ਕੇ ਲੈਣੋ ਥੂਕ ਮੁਖੋ ਜਿਮ ਚਟਣ ਹੈ। ਲੋਕ ਤਾਂ ਇੱਥੋਂ ਤੱਕ ਕਹਿੰਦੇ ਆ ਵੀ ਜਿਹੜੀ ਚੀਜ਼ ਦੇ ਦਿੱਤੀ ਦੇ ਕੇ ਲੈ ਲੈਣੀ ਵਾਪਸ, ਉਹ ਏਦਾਂ ਹੁੰਦੀ ਆ ਜਿਵੇਂ ਥੁੱਕ ਕੇ ਚੱਟਣਾ। ਇਹ ਕਹਾਵਤ ਹੈ ਲੋਕਾਂ ਦੀ ਵੀ ਜਿਹੜੀ ਚੀਜ਼ ਦੇ ਦਿੱਤੀ ਦੇ ਕੇ ਮੁੜ ਕੇ ਕਹਿਣਾ ਲਿਆ ਮੇਰੀ ਵਾਪਸ ਕਰ। ਕਹਿੰਦੇ ਉਹ ਤਾਂ ਏਦਾਂ ਹੁੰਦੀ ਆ ਵੀ ਜਿਵੇਂ ਥੁੱਕ ਕੇ ਚੱਟਣ ਦੇ ਤੁਲ ਹੋਵੇ। ਹਉ ਦੇ ਕੇ ਲੈਣ ਜਗਤ ਅਪ ਜਸ ਵੱਡ ਖਟਨ ਹੈ। ਜਿਹੜੇ ਕੋਈ ਵਸਤੂ ਦੇ ਕੇ ਕਹਿਣ ਸਾਨੂੰ ਵਾਪਸ ਚਾਹੀਦੀ ਆ, ਮੁੜ ਕੇ ਪਹਿਲਾਂ ਕਹਿਣ ਵੀ ਦਾਨ ਦੇ ਦਿੱਤਾ, ਮੁੜ ਕੇ ਆਖਣ ਨਹੀਂ ਮੈਂ ਲੈਣਾ ਵਾਪਸ ਤੇਰੇ ਕੋਲੋਂ। ਕਹਿੰਦੇ ਸੰਸਾਰ ਦੇ ਵਿੱਚ ਉਹਨਾਂ ਦਾ ਅਪਜਸ ਹੁੰਦਾ ਹੈ, ਉਹਨਾਂ ਦੀ ਸੋਭਾ ਨਹੀਂ ਹੁੰਦੀ। ਇਹ ਗੱਲ ਜਦੋਂ ਬਾਬਰ ਨੇ ਕਹੀ, ਦੋਹਰਾ ਤਬ ਸਤਿਗੁਰ ਬਾਬਰ ਕਿਓ ਯੋਂ ਦੇ ਕੇ ਲੇਵਨ ਹੋਏ। ਮਹਾਰਾਜ ਜੀ ਫਿਰ ਬੋਲੇ, ਕਹਿੰਦੇ ਬਾਬਰ ਸੁਣ, ਤੈਨੂੰ ਦੇ ਕੇ ਵਾਪਸ ਕਿਉਂ ਲੈਣੀ ਹੈ ਪਾਤਸ਼ਾਹੀ, ਇਹ ਵੀ ਸੁਣ ਲੈ, ਇਹਦੇ ਬਾਰੇ ਵੀ ਤੈਨੂੰ ਸਪਸ਼ਟ ਕਰ ਦਈਏ। ਮੁਕਤ ਨਿਆਮਤ ਬੇਕਦਰ ਰਾਖ ਨ ਸਾਕਤ ਕੋਏ। ਕਹਿੰਦੇ ਕੋਈ ਨਿਆਮਤ ਕਿਸੇ ਨੂੰ ਮੁਫਤੀ ਮਿਲ ਜੇ ਨਾ, ਉਹ ਬੇਕਦਰਾ ਹੁੰਦਾ, ਉਹਦੇ ਕੋਲ ਰੱਖੀ ਨਹੀਂ ਜਾਂਦੀ, ਉਹ ਵਸਤੂ ਸਾਂਭੀ ਨਹੀਂ ਜਾਂਦੀ। ਹੋਵੇ ਨਿਆਮਤ ਮੁਫਤ ਮਿਲ ਜਾਏ ਕਿਸੇ ਨੂੰ, ਉਹ ਫਿਰ ਬੇਕਦਰ ਹੁੰਦਾ ਹੈ, ਉਹ ਉਹਨੂੰ ਸਾਂਭ ਕੇ ਨਹੀਂ ਰੱਖਦਾ। ਛੰਦ ਮੁਕਤ ਨਿਆਮਤ ਚੀਜ਼ ਥੀ ਮਨਸੂਰੇ ਲੀਨੀ। ਕਹਿੰਦੇ ਮੁਕਤ ਨਿਆਮਤ ਮਿਲ ਗਈ ਮਨਸੂਰ ਨੂੰ, ਕਿਸੇ ਮਹਾਂਪੁਰਸ਼ ਨੇ ਕਹਿ ਦਿੱਤਾ ਤੂੰ ਕਹਿ ਅਨਲ ਹੱਕ ਮੈਂ ਖੁਦਾ ਹਾਂ, ਉਹ ਮਿਲ ਗਈ, ਉਹਦੇ ਕੋਲੋਂ ਰੱਖੀ ਨਹੀਂ ਗਈ, ਉਹਨੇ ਲੋਕਾਂ 'ਚ ਰੋਲਾ ਪਾਇਆ, ਫੁੜ ਕੇ ਉਹਨੂੰ ਸੂਲੀ ਤੇ ਟੰਗ ਦਿੱਤਾ ਮਨਸੂਰ ਨੂੰ। ਹਾਂਜੀ। ਰੱਖ ਨ ਜਾਨੀ ਤਿਨੈ ਜਿੰਦ ਸੰਗ ਲੈ ਗਈ ਦੀਨੀ। ਉਹ ਮੁਕਤ ਨਿਆਮਤ ਮਿਲ ਗਈ ਸੀ ਕਿਸੇ ਵਿਦਾਂਤੀ ਸੰਤ ਕੋਲੋਂ, ਉਹ ਰੱਖ ਨਹੀਂ ਸਕਿਆ ਤੇ ਉਹਦੀ ਜਿੰਦ ਚਲੀ ਗਈ। ਮੁਕਤ ਨਿਆਮਤ ਹੈ ਕਪੂਰ ਪਾਏ ਜੋ ਰੱਖਨੇ। ਕਹਿੰਦੇ ਜਿਵੇਂ ਕਿਸੇ ਭਾਂਡੇ ਦੇ ਵਿੱਚ ਪਾ ਦਿਓ ਨਾ ਕਪੂਰ, ਖਾਲੀ ਭਾਂਡੇ 'ਚ, ਤੇ ਉਹ ਕਪੂਰ ਉਹਦੇ 'ਚ ਬਹੁਤਾ ਚਿਰ ਨਹੀਂ ਰਹਿੰਦਾ, ਉੱਡ ਜਾਂਦਾ ਹੁੰਦਾ। ਉਹ ਮੁਕਤ ਮਿਲ ਗਏ ਨਾ ਭਾਂਡੇ ਨੂੰ, ਕਿਹੜਾ ਉਹਨੇ ਕਿਹੜਾ ਜਾ ਕੇ ਮਸ਼ੱਕਤ ਘਾਲੀ ਹੈ ਕਪੂਰ ਲੈਣ ਲਈ,
ਉਹ ਕਪੂਰ ਪਾ ਦਿਓ ਭਾਂਡੇ 'ਚ ਖਾਲੀ 'ਚ, ਤੇ ਉੱਥੇ ਉਹ ਰਹਿੰਦਾ ਨਹੀਂ ਬਹੁਤਾ ਸਮਾਂ, ਉੱਡ ਜਾਂਦਾ, ਕਿਉਂਕਿ ਭਾਂਡੇ ਨੂੰ ਵੀ ਉਹ ਕਪੂਰ ਮੁਫਤ ਮਿਲਿਆ ਹੁੰਦਾ ਹੈ। ਸੋ ਮਿਲ ਅਗਨ ਉੱਡ ਜਾਏ ਭਾਂਡਾ ਰਹੇ ਸਖਨੋ। ਕਦੋਂ ਉੱਡਦਾ? ਜਦੋਂ ਅੱਗ ਨਾਲ ਮਿਲਦਾ ਨਾ ਕਪੂਰ ਉਹ ਭਾਂਡਾ, ਤੇ ਭਾਂਡਾ ਸਖਣਾ ਰਹਿ ਜਾਂਦਾ, ਕਪੂਰ ਅੱਗ ਨਾਲ ਮਿਲ ਕੇ ਉੱਡ ਜਾਂਦਾ ਹੈ। ਦੋਹਰਾ ਤਬ ਸਤਿਗੁਰ ਬਾਬਰ ਕਿਓ ਤੂੰ ਹਮੇ ਉਪਕਾਰ ਵਿਸਾਰ। ਸਤਿਗੁਰੂ ਜੀ ਨੇ ਆਖਿਆ, ਬਾਬਰ ਤੈਨੂੰ ਵੀ ਮੁਫਤ ਨਿਆਮਤ ਮਿਲੀ ਆ, ਬਹੁਤਾ ਲੰਮੇ ਸਮੇਂ ਤੱਕ ਸਾਂਭ ਨਹੀਂ ਸਕੇਗਾ। ਪਾਤਸ਼ਾਹ ਫਿਰ ਬੋਲੇ, ਕਹਿੰਦੇ ਤੇਰੇ ਉੱਤੇ ਜਿਹੜੇ ਸਾਡੇ ਕੀਤੇ ਉਪਕਾਰ ਨੇ, ਤੈਨੂੰ ਪਾਤਸ਼ਾਹੀਆਂ ਦਿੱਤੀਆਂ ਨੇ, 7 ਪੁਸ਼ਤਾਂ ਦੀ ਪਾਤਸ਼ਾਹੀ ਦੇ ਦਿੱਤੀ ਹੈ। ਇਹ ਜਿਹੜੀ ਪਾਤਸ਼ਾਹੀ ਦਿੱਤੀ ਹੈ ਤੇਰੇ ਤੇ ਸਾਡਾ ਉਪਕਾਰ ਹੈ, ਪਰ ਤੂੰ ਸਾਡੇ ਇਸ ਉਪਕਾਰ ਨੂੰ ਵਿਸਾਰ ਦੇਵੇਂਗਾ, ਸਾਡੇ ਉਪਕਾਰ ਨੂੰ ਵਿਸਾਰ ਦੇਵੇਂਗਾ, ਛੱਡ ਦੇਵੇਂਗਾ, ਕਿਰਤ ਘਣ ਬਣੇਗਾ। ਕਾਟेंगे ਹਮ ਅੰਸ ਸਿਰ ਤੇ ਫਿਰ ਲਏ ਹੁਦਾਰ। ਤੇਰੀ ਜਿਹੜੀ ਅੰਸ ਹੋਵੇਗੀ ਸਾਡੀ ਅੰਸ ਦੇ ਸਿਰ ਕੱਟੇਗੀ, ਤੇ ਜਦੋਂ ਤੇਰੀ ਅੰਸ ਸਾਡੀ ਅੰਸ ਦੇ ਉੱਤੇ ਤਲਵਾਰ ਚਲਾਏਗੀ, ਯਾਦ ਰੱਖੀ ਬਾਬਰ, ਜੇ ਤੈਨੂੰ ਇਹ ਪਾਤਸ਼ਾਹੀ ਅਸੀਂ ਦੇ ਸਕਦੇ ਹਾਂ ਤੇ ਫਿਰ ਉਸ ਵੇਲੇ ਪਾਤਸ਼ਾਹੀ ਅਸੀਂ ਖੋ ਵੀ ਲਵਾਂਗੇ। ਜਦੋਂ ਤੇਰੀ ਅੰਸ ਸਾਡੀ ਅੰਸ ਦੀਆਂ ਗਰਦਨਾਂ ਕੱਟੇਗੀ, ਜਾਂ ਇਸ਼ਾਰਾ ਹੋ ਰਿਹਾ ਪੰਚਮ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਵੱਲ, ਕਿ ਜਦੋਂ ਤੇਰੀ ਅੰਸ ਸਾਡੀ ਅੰਸ ਨੂੰ ਸ਼ਹੀਦ ਕਰੇਗੀ ਤੇ ਫਿਰ ਇਹ ਪਾਤਸ਼ਾਹੀ ਥੋੜੀ ਤੈਨੂੰ ਤੇਰੀਆਂ ਪੁਸ਼ਤਾਂ ਹੀ ਕਰਦੀਆਂ ਰਹਿਣ ਪਾਤਸ਼ਾਹੀ, ਫਿਰ ਇਹ ਲੈ ਵੀ ਲਵਾਂਗੇ, ਖੋ ਵੀ ਲਵਾਂਗੇ। ਚੋਪਈ ਤਬ ਬਾਬਰ ਸੁਨ ਕੇ ਹੱਥ ਜੋੜੇ। ਉਦੋਂ ਤੱਕ ਇਹ ਪਾਤਸ਼ਾਹੀ ਤੇਰੇ ਕੋਲ ਉਧਾਰ ਹੈ, ਉਦੋਂ ਲੈ ਲਵਾਂਗੇ ਵਾਪਸ। ਬਾਬਰ ਇੱਕਦਮ ਚੌਂਕ ਗਿਆ ਸੁਣ ਕੇ, ਜਦੋਂ ਸਤਿਗੁਰਾਂ ਆਖਿਆ ਵੀ ਸਾਡੀ ਅੰਸ ਦੇ ਉੱਤੇ ਤਲਵਾਰਾਂ ਚਲਾਣਗੇ ਤੇਰੀ ਅੰਸ ਵਾਲੇ। ਬਾਬਰ ਇੱਕਦਮ ਹੈਰਾਨ ਹੋਇਆ, ਕਹਿਣ ਲੱਗਾ, ਹਮਰੀ ਕੁਲ ਕਿਮ ਤੁਮ ਸਿਰ ਤੋੜੇ। ਮਹਾਰਾਜ ਇਹ ਕਿਵੇਂ ਹੋ ਸਕਦਾ ਵੀ ਮੇਰੀ ਕੁਲ ਵਾਲੇ ਤੁਹਾਡੀ ਕੁਲ ਦੇ ਉੱਤੇ ਤਲਵਾਰਾਂ ਚਲਾਉਣ, ਤੁਹਾਡੀ ਕੁਲ ਦਾ ਸਿਰ ਤੋੜਨੇ ਕਿਵੇਂ ਹੋ ਸਕਦਾ? ਹਮ ਤੁਝ ਰੱਖੇ ਮੁਰੀਦੀ ਦਾਵੇ। ਮਹਾਰਾਜ ਅਸੀਂ ਤਾਂ ਤੁਹਾਡੇ ਮੁਰੀਦ ਹਾਂ, ਅਸੀਂ ਤਾਂ ਤੁਹਾਡੇ ਮੁਰੀਦ ਹੋਣ ਦਾ ਦਾਵਾ ਰੱਖਦੇ ਹਾਂ। ਹਮ ਕੁਲ ਕਿਮ ਤੁਮ ਹੱਥ ਚਲਾਵੇ। ਮੇਰੀ ਕੁਲ ਕਿਵੇਂ ਤੁਹਾਡੀ ਕੁਲ ਤੇ ਹੱਥ ਚਲਾਵੇਗੀ? ਹਿੰਦ ਵਸ ਪਈ ਹਿੰਦੂ ਪੀਰ। ਇਹ ਸਾਰਾ ਹਿੰਦੁਸਤਾਨ ਤੁਹਾਡੇ ਵਸ ਹੈ, ਤੁਸੀਂ ਇਹਦੇ ਪੀਰ ਹੋ। ਤੁਮ ਪੀਰਨ ਕੇ ਸਿਰੋ ਪੀਰ। ਤੁਸੀਂ ਪੀਰਾਂ ਦੇ ਸਿਰਾਂ ਤੇ ਪੀਰ ਹੋ, ਸ਼੍ਰੋਮਣੀ ਪੀਰ ਹੋ। ਤੁਮ ਤੋ ਬਖਸ਼ੀ ਹਮੇ ਜਗੀਰ। ਤੁਹਾਡੀ ਜਗੀਰ ਬਖਸ਼ੀ ਹੋਵੇਗੀ ਤੇ ਭਲਾ ਤੁਹਾਡੀ ਬਖਸ਼ੀ ਹੋਈ ਜਗੀਰ ਨੂੰ ਪ੍ਰਾਪਤ ਕਰਕੇ ਹਮ ਹੋਵੇ ਕਿਮ ਤੁਮੇ ਦਗੀਰ। ਅਸੀਂ ਕਿਵੇਂ ਤੁਹਾਡੀ ਕੁਲ ਦੇ ਨਾਲ, ਤੁਹਾਡੀ ਅੰਸ਼ ਦੇ ਨਾਲ ਦਗੇਬਾਜ਼ੀ ਕਰਾਂਗੇ? ਅਸੀਂ ਕਿਵੇਂ ਦਗੇਬਾਜ਼ੀ ਕਰਾਂਗੇ ਜਦੋਂ ਪਾਤਸ਼ਾਹੀ ਤੁਸੀਂ ਦੇ ਰਹੇ ਹੋ ਤੇ ਮੇਰੀ ਅੰਸ਼ ਤੁਹਾਡੇ ਬਰਖਲਾਫ ਕਿਵੇਂ ਚੱਲੇਗੀ? ਮੇਰੀ ਸਮਝ ਤੋਂ ਪਰੇ ਹੈ। ਦੋਹਰਾ ਜੋ ਹਮ ਤੁਮ ਪਰ ਹੱਥ ਚੱਕੇ ਤੋ ਤੁਮ ਪਤਸ਼ਾਹੀ ਲਿਓ। ਮਹਾਰਾਜ ਮੈਂ ਵੀ ਬਚਨ ਕਰਦਾ ਕਿ ਜੇ ਮੇਰੀ ਬੰਸ ਏਦਾਂ ਕਰੇਗੀ, ਤੁਹਾਡੇ ਤੇ ਹੱਥ ਚੁੱਕੇਗੀ, ਤੁਹਾਡੀ ਬੰਸ ਦੇ ਉੱਤੇ ਤਲਵਾਰ ਚਲਾਵੇਗੀ। ਹਾਂਜੀ, ਇਸ ਕਰਾਰ ਕੇ ਉਪਰੇ ਅੱਗੇ ਪਾਤਸ਼ਾਹੀ ਦਿਓ। ਮਹਾਰਾਜ ਜੀ ਉਸੇ ਵਕਤ ਤੁਸੀਂ ਪਾਤਸ਼ਾਹੀ ਵਾਪਸ ਲੈ ਲਿਓ, ਫਿਰ ਮੇਰੀ ਅੰਸ ਕੋਲ ਪਾਤਸ਼ਾਹੀ ਕਰਨ ਦੀ ਲੋੜ ਵੀ ਨਹੀਂ ਹੈ। ਪਰ ਇਸ ਕਰਾਰ ਦੇ ਉੱਤੇ ਮੈਨੂੰ ਅੱਗੇ ਦੀ ਪਾਤਸ਼ਾਹੀ ਦੇ ਦਿਓ ਵੀ 7ਵੀਂ 8ਵੀਂ 9ਵੀਂ ਪੀੜ੍ਹੀ ਵੀ ਜਦੋਂ ਆਵੇ, ਜੇ ਤੁਹਾਡੀ ਕੁਲ ਤੇ ਹੱਥ ਚੁੱਕਣ ਤਾਂ ਉਦੋਂ ਹੀ ਉਹਨਾਂ ਦਾ ਰਾਜ ਸਮਾਪਤ ਹੋ ਜਾਏ। ਇਸ ਇਕਰਾਰ ਦੇ ਉੱਤੇ ਸਤਿਗੁਰੂ ਜੀ ਦੇ ਕੋਲੋਂ ਇਹਨੇ ਪਾਤਸ਼ਾਹੀ ਲਈ। ਚੋਪਈ ਇਸ ਕਰਾਰ ਕਰ ਦੀ ਪਾਤਸ਼ਾਹੀ। ਇਸ ਇਕਰਾਰ ਨਾਲ ਸਤਿਗੁਰੂ ਜੀ ਨੇ ਭਾਈ ਤਾਰੂ ਸਿੰਘ ਜੀ ਕਹਿੰਦੇ ਸੰਗਤ ਜੀ ਇਸ ਇਕਰਾਰ ਨਾਲ ਬਾਬਰ ਨੂੰ ਪਾਤਸ਼ਾਹੀ ਦਿੱਤੀ ਗੁਰੂ ਨਾਨਕ ਸਾਹਿਬ ਨੇ। ਤੀਨ ਪਾਤਸ਼ਾਹਨ ਨਾਹੇ ਭੁਲਾਈ। 3 ਪਾਤਸ਼ਾਹਾਂ ਨੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨੂੰ ਨਹੀਂ ਭੁਲਾਇਆ। ਬਾਬਰ ਨੇ, ਹਮਾਯੂ ਨੇ ਤੇ ਅਕਬਰ ਨੇ। ਬਾਬਰ ਤੇ ਸੋ ਹਿਮਾਯੂ ਪਇਓ। ਬਾਬਰ ਤੋਂ ਬਾਅਦ ਉਹਦਾ ਪੁੱਤਰ ਹਮਾਯੂ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਹਿਮਾਯੂ ਨੇ ਫਿਰ ਅਕਬਰ ਜਇਓ। ਹਾਲਾਂਕਿ ਹਮਾਯੂ ਦਾ ਕੁਝ ਸਮੇਂ ਲਈ ਰਾਜ ਗਿਆ, ਉਹ ਫਿਰ ਆਇਆ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ,
ਤੇ ਸਤਿਗੁਰਾਂ ਨੇ ਉਹਨੂੰ ਪਾਤਸ਼ਾਹੀ ਦੇ ਦਿੱਤੀ। ਹਵਾਈਓਂ ਤੋਂ ਬਾਅਦ ਅਕਬਰ ਹਿੰਦੁਸਤਾਨ ਦਾ ਬਾਦਸ਼ਾਹ ਬਣ ਕੇ ਧੰਨ ਗੁਰੂ ਅਮਰਦਾਸ ਜੀ ਦੇ ਲੰਗਰਾਂ ਵਿੱਚ ਆ ਕੇ ਸੇਵਾ ਕਰਦਾ ਰਿਹਾ। तीनों ने गुर महिमा राखी। ਇਹਨਾਂ ਤਿੰਨਾਂ ਪਾਤਸ਼ਾਹਾਂ ਨੇ ਗੁਰੂ ਸਾਹਿਬਾਂ ਦੇ ਘਰ ਦੀ ਮਹਿਮਾ ਰੱਖੀ, ਸਤਿਗੁਰੂ ਜੀ ਦੇ ਘਰ ਦੀ ਵਡਿਆਈ ਰੱਖੀ। मुक्ते पी कछ बुरी न पाखी। ਇਹਨਾਂ ਨੇ ਕਦੇ ਬੇਅਦਬੀ ਕਰਨ ਦੀ ਸੋਚੀ ਤੱਕ ਨਹੀਂ, ਕਦੇ ਮੂੰਹੋਂ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੇ ਖਿਲਾਫ ਆਪਣੇ ਮੂੰਹੋਂ ਕਦੇ ਕੋਈ ਬੋਲ ਨਹੀਂ ਬੋਲਿਆ। चौथे शाह पयो जहांगीर। ਜਦੋਂ ਚੌਥੇ ਥਾਂ ਦੇ ਉੱਤੇ ਇਹਨਾਂ ਦਾ ਬਾਦਸ਼ਾਹ ਬੈਠਾ, ਚੌਥੀ ਪੀੜ੍ਹੀ ਦੇ ਵਿੱਚ ਬਾਦਸ਼ਾਹ ਜਹਾਂਗੀਰ, मुल्ला काजी मिल पयो असीर। ਉਹਦੇ ਜਿੰਨੇ ਮੁੱਲਾ ਕਾਜੀ ਮੌਲਵੀ ਸਨ ਉਹਨਾਂ ਦੇ ਅਧੀਨ ਹੋ ਕੇ ਉਹ ਖੋਟੀ ਮਤ ਦਾ ਧਾਰਨੀ ਹੋ ਗਿਆ। उठ गुर अर्जन सो खोट कमाई। ਉਹਨੇ ਪਾਪੀ ਨੇ ਗੁਰੂ ਅਰਜਨ ਸਾਹਿਬ ਨਾਲ ਖੋਟ ਕਮਾਈ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਤਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕਰਨ ਦਾ ਫਰਮਾਨ ਸੁਣਾਇਆ। सो बुराई सिर खतरी लाई। ਪਾਪੀ ਨੇ ਪਾਪ ਆਪ ਕੀਤਾ ਪਰ ਬੁਰਾਈ ਦਾ ਭਾਂਡਾ ਚੰਦੂ ਖੱਤਰੀ ਦੇ ਸਿਰ ਦੇ ਉੱਤੇ ਭਰਿਆ। पंजवें पयो सो शाहजहान। ਉਹਦੇ ਤੋਂ ਬਾਅਦ ਉਹਦਾ ਪੁੱਤਰ ਬਾਦਸ਼ਾਹ ਸ਼ਾਹਜਹਾਨ ਪੰਜਵੇਂ ਥਾਂ ਤੇ ਬੈਠਾ। करे हिंदू कई मुसलमान। ਸ਼ਾਹਜਹਾਨ ਦੇ ਵੇਲੇ ਮਤਸਬ ਸ਼ੁਰੂ ਹੋ ਗਿਆ ਸੀ ਹਿੰਦੂਆਂ ਨੂੰ ਮੁਸਲਮਾਨ ਕਰਨ ਦਾ। ਔਰੰਗਜ਼ੇਬ ਦੇ ਸਮੇਂ ਨਹੀਂ ਹੋਇਆ, ਸ਼ਾਹਜਹਾਨ ਦੇ ਵੇਲੇ ਹੀ ਹੋ ਗਿਆ ਸੀ। ਉਹਨੇ ਹੀ ਮੁਤਸਬੀ ਪੁਣਾ ਸ਼ੁਰੂ ਕਰ ਦਿੱਤਾ ਸੀ। छीवों पयो सो शाह नौरंगा। ਤੇ ਸ਼ਾਹਜਹਾਨ ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗਾਂ ਕਰਦਾ ਰਿਹਾ। ਪਾਪੀ ਉਹਨੇ ਵੀ ਮਲੇਛਤਾਈ ਕੀਤੀ। ਅਖੀਰ ਉਹਦੀ ਜਗ੍ਹਾ ਦੇ ਉੱਤੇ 6ਵੇਂ ਥਾਂ ਤੇ ਉਹਦਾ ਪੁੱਤਰ ਨੌਰੰਗਾ ਬੈਠਾ। ਕਰਿਓ ਗੁਰੂ ਅਨਸੋ ਉਨ ਵੱਡ ਦੰਗਾ। ਉਹਨੇ ਸਤਿਗੁਰੂ ਜੀ ਦੇ ਨਾਲ ਵੱਡੇ ਜੰਗ ਕੀਤੇ, ਯੁੱਧ ਕੀਤੇ। ਮਲੇਛ ਨੇ ਭੀਮ ਚੰਦ ਵਰਗੇ ਰਾਜਿਆਂ ਦੇ ਮੋਢਿਆਂ ਤੇ ਰੱਖ ਕੇ ਬੰਦੂਕਾਂ ਚਲਾਉਂਦਾ ਰਿਹਾ। ਹਰੀ ਕ੍ਰਿਸ਼ਨ ਉਨ ਬਾਲ ਮੰਗਾਏ। ਦਿੱਲੀ ਵਿਖੇ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲ ਰੂਪ ਵਿੱਚ ਸਨ। ਉਹਨੇ ਉਹਨਾਂ ਨੂੰ ਵੀ ਸੱਦਿਆ, ਉਹਨੇ ਜਾਣ ਬੁੱਝ ਕੇ ਸਤਿਗੁਰਾਂ ਨੂੰ ਉੱਥੇ ਬੁਲਾਇਆ। ਉਸ ਸਿਰ ਗਏ ਬੁਰਾਈ ਲਾਏ। ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣਾ ਸਰੀਰ ਤਿਆਗਿਆ, ਉਹ ਪਾਪ ਦਾ ਫਲ ਵੀ ਨੌਰੰਗੇ ਦੇ ਸਿਰ ਦੇ ਉੱਤੇ ਹੈ। ਉਹ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਿਹੜਾ ਸਰੀਰ ਤਿਆਗਣ ਦਾ ਪਾਪ ਹੈ ਨਾ, ਉਹ ਪਾਪ ਵੀ ਨੌਰੰਗੇ ਦੇ ਮੱਥੇ ਤੇ ਲੱਗਾ, ਕਿਉਂਕਿ ਉਹਨੇ ਸੱਦਿਆ ਸੀ ਉੱਥੇ। ਸਤਿਗੁਰਾਂ ਦਾ ਪ੍ਰਣ ਸੀ ਵੀ ਨਾ ਪਾਪੀ ਨੂੰ ਦਰਸ਼ਨ ਦੇਣੇ ਨਾ ਕਰਨੇ, ਪਰ ਉਹ ਜਬਰੀ ਕਰ ਰਿਹਾ ਸੀ। ਤੋ ਸਤਿਗੁਰੂ ਜੀ ਨੇ ਖੇਡ ਵਰਤਾ ਦਿੱਤੀ। ਦੋਹਰਾ ਉਨ ਦੁਸ਼ਟੀ ਬੋਤੀ ਕਰੀ ਗੁਰ ਤੇਗ ਬਹਾਦਰ ਯਾਦ। ਉਦੋਂ ਤਾਂ ਹੱਦ ਮੁੱਕ ਗਈ। ਭਾਈ ਤਾਰੂ ਸਿੰਘ ਜੀ ਕਹਿੰਦੇ, ਸੰਗਤ ਜੀ, ਜਦੋਂ ਨੌਰੰਗੇ ਨੇ ਅਤ ਦਾ ਦੁਸ਼ਟ ਕਾਰਜ ਸੰਸਾਰ ਦੇ ਵਿੱਚ ਕੀਤਾ, ਜਿਹੜਾ ਕਦੇ ਸੰਸਾਰ 'ਚ ਨਹੀਂ ਹੋਇਆ ਹੋਣਾ, ਉਹਨੇ ਪਰਮ ਕਿਰਪਾਲੂ ਦਿਆਲੂ ਬੇਰਾਂ ਦੇ ਸਾਈਂ, ਜਿਨ੍ਹਾਂ ਦੀ ਨਜ਼ਰ ਵਿੱਚ ਹਮੇਸ਼ਾ ਕਰੁਣਾ ਤੇ ਕਿਰਪਾ ਵਰਤਦੀ ਸੀ, ਐਸੇ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਤੇ ਤੇਗ ਚਲਾਈ। ਉਸ ਮਲੇਛ ਨੇ ਇਹ ਬੜਾ ਵੱਡਾ ਭਾਰੀ ਪਾਪ ਕਰਮ, ਖੋਟਾ ਕਰਮ ਕੀਤਾ। ਸੈਤ ਸੁਚਾਰੋਂ ਪੋਤਰੇ ਲਗੋ ਖੂਨ ਸਿਰ ਤਾਦ। ਕੱਲਾ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਪਾਪ ਹੀ ਨਹੀਂ ਨੌਰੰਗੇ ਦੇ ਮੱਥੇ ਤੇ, ਮਹਾਰਾਜ ਬਾਜਾਂ ਵਾਲੇ ਕਲਗੀਧਰ ਸਵਾਮੀ ਦੇ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਾਪ ਵੀ ਨੌਰੰਗੇ ਦੇ ਮੱਥੇ ਤੇ ਹੈ। ਚਾਰੋਂ ਸਾਹਿਬਜ਼ਾਦੇ ਭਾਵੇਂ 2 ਜੰਗ 'ਚ ਸ਼ਹੀਦ ਹੋਏ ਨੇ ਤੇ 2 ਨੀਹਾਂ 'ਚ ਚਿਣੇ ਗਏ ਨੇ, ਪਰ ਉਹਨਾਂ ਦੀ ਸ਼ਹੀਦੀ ਦਾ ਪਾਪ ਵੀ ਪਾਪੀ ਨੌਰੰਗੇ ਦੇ ਮੱਥੇ ਦੇ ਉੱਤੇ ਹੈ। ਚੌਪਈ ਸ਼੍ਰੀ ਗੋਬਿੰਦ ਸਿੰਘ ਬਾਤ ਵਿਚਾਰੀ। ਜਗਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਵਿਚਾਰ ਕੀਤੀ। ਇੱਕ ਪਾਤਸ਼ਾਹੀ ਇਨ ਰਹੀ ਸਾਰੀ। ਹੁਣ ਇੱਕ ਪਾਤਸ਼ਾਹੀ ਇਹਨਾਂ ਦੀ ਬਾਕੀ ਬਚੀ। 7 ਸੀ ਨਾ, ਔਰੰਗਾ 6ਵੇਂ ਥਾਂ ਤੇ ਸੀ। ਔਰੰਗੇ ਤੋਂ ਬਾਅਦ 7ਵੇਂ ਥਾਂ ਤੇ ਬਹਾਦਰ ਸ਼ਾਹ ਹੈ, ਕਿ ਹੁਣ 7ਵੀਂ ਪਾਤਸ਼ਾਹੀ ਇਹਨਾਂ ਦੀ ਇੱਕ ਰਹਿੰਦੀ ਹੈ ਪੁਸ਼ਤ। ਇਨ ਸਿਰ ਦੇ ਲਗੀ ਚਾਹੀਏ ਹਮਾਰੀ। ਤੇ ਜਿਹੜਾ 7ਵਾਂ ਪਾਤਸ਼ਾਹ, ਉਹਦੇ ਸਿਰ ਤੇ ਸਾਡੀ ਦੇਹ ਲੱਗੇ। ਖਾਲਸਾ ਜੀ, ਭਾਵੇਂ ਕਿ ਗੁਲ ਖਾਨ ਨੇ ਮਹਾਰਾਜ ਜੀ ਤੇ ਹਮਲਾ ਕੀਤਾ, ਪਰ ਬਹਾਦਰ ਸ਼ਾਹ ਦਾ ਰਾਗ ਸੀ। ਵਜ਼ੀਰ ਖਾਨ ਨੇ ਭੇਜਿਆ ਸੀ ਗੁਲ ਖਾਨ ਨੂੰ ਸਤਿਗੁਰਾਂ ਨੂੰ ਕਤਲ ਕਰਨ ਲਈ।
ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਲਗੀਧਰ ਨੇ ਬਹਾਦਰ ਸ਼ਾਹ ਨੂੰ ਵਜ਼ੀਰ ਖਾਂ ਸਾਡੇ ਹਵਾਲੇ ਕਰ, ਪਰ ਉਦੋਂ ਮਲੇਛ ਕਹਿੰਦਾ ਜੀ ਹਾਲੇ ਮੈਂ ਨਵਾਂ ਬਾਦਸ਼ਾਹ ਬਣਿਆ। ਇਹਨੇ ਜੇ ਸਤਿਗੁਰਾਂ ਦੇ ਹਵਾਲੇ ਕਰ ਦਿੰਦਾ ਤੇ ਸੁਤੰਤਰ ਹੋ ਜਾਂਦਾ, ਪਰ ਉਦੋਂ ਉਹਦਾ ਪੱਖ ਰੱਖਣ ਵਾਸਤੇ ਗੁਰੂ ਸਾਹਿਬ ਤੋਂ ਇਹ ਮੂੰਹ ਫੇਰ ਗਿਆ, ਬਚਨ ਨਹੀਂ ਮਹਾਰਾਜ ਜੀ ਨਾਲ ਪੂਰਾ ਕੀਤਾ। ਕਲਗੀਧਰ ਜੀ ਨੇ ਵੀ ਆਪਣਾ ਸੀਸ ਜਿਹੜਾ ਉਹ ਲੇਖੇ ਲਾਇਆ ਤੇ ਮਹਾਰਾਜ ਜੀ ਦੀ ਸ਼ਹੀਦੀ ਦਾ ਪਾਪ ਬਹਾਦਰ ਸ਼ਾਹ ਦੇ ਮੱਥੇ ਤੇ ਲੱਗਾ। ਕਲਗੀਧਰ ਵੀ ਸ਼ਹੀਦ ਨੇ ਕਿਉਂਕਿ ਉਹਨਾਂ ਦੇ ਸਰੀਰ ਦੇ ਉੱਤੇ ਵਾਕਈ ਖੰਜਰ ਦੇ ਵਾਰ ਦਾ ਹੀ ਕਾਰਨ ਬਣਿਆ ਨਾ, ਸਰੀਰ ਤਿਆਗਣ ਦਾ। ਜਿਹੜਾ ਮਹਾਰਾਜ ਜੀ ਦੇ ਕਟਾਰ ਦਾ ਵਾਰ ਕੀਤਾ ਸੀ ਗੁਲ ਖਾਂ ਨੇ, ਅਤੌਲਾ ਖਾਂ, ਦੋਵਾਂ ਭਰਾਵਾਂ ਨੇ, ਜਿਹਨੂੰ ਜਮਸ਼ੇਦ ਖਾਂ ਵੀ ਕਹਿੰਦੇ। ਤੋ ਸਤਿਗੁਰੂ ਜੀ ਨੇ ਆਖਿਆ ਇਹ ਸਤਵੀਂ ਪੁਸ਼ਤਾ ਇਹਨਾਂ ਦੇ ਸਿਰ ਤੇ ਵੀ ਪਾਪ ਲਾਣਾ ਚਾਹੀਦਾ ਹੈ। ਇਹ ਜਾਣ ਕੇ ਸਤਿਗੁਰੂ ਕਲਗੀਧਰ ਜੀ ਨੇ ਆਪਣਾ ਸਰੀਰ ਤਿਆਗਿਆ। ਯੋ ਸਤਿਗੁਰ ਜੀ ਮਨਸਾ ਧਾਰੀ, ਏਦਾਂ ਬਾਜਾਂ ਵਾਲੇ ਸਤਿਗੁਰੂ ਜੀ ਨੇ ਮਨਸਾ ਧਾਰੀ। ਸੋਈ ਸਤਿਗੁਰ ਦਈ ਨਿਭਾ, ਔਰ ਸਤਿਗੁਰੂ ਜੀ ਨੇ ਪੂਰੀ ਨਿਭਾ ਦਿੱਤੀ। ਮਾਤਾ ਗੁਜਰੀ ਜੀ ਦੀ ਸ਼ਹੀਦੀ ਉਹ ਵੀ ਇਸ ਪਾਪੀ ਦੇ ਮੱਥੇ ਉੱਤੇ, ਨਰੰਗੇ ਦੇ ਮੱਥੇ ਉੱਤੇ ਹੈ। ਯੋ ਪਈ ਪਾਤਸ਼ਾਹੀ ਸਾਤ ਬਿਤਾਹਾ, ਏਦਾਂ ਇਹਨਾਂ ਦੀਆਂ 7 ਪਾਤਸ਼ਾਹੀਆਂ ਬੀਤ ਗਈਆਂ। ਬਾਅਦ ਵਿੱਚ ਤਾਂ ਫਿਰ ਉਹ ਜਿਵੇਂ ਉਹ ਥੈਲਾ ਝਾੜ ਦਿੱਤਾ ਸੀ ਨਾ, ਕੋਈ 2 ਸਾਲ ਕੋਈ 5 ਸਾਲ, ਉਦਾਂ ਹੀ ਮੁੜ ਕੇ ਤਾਂ ਖਿੰਡ ਪੁੰਡ ਗਿਆ ਰਾਜ ਇਹਨਾਂ ਦਾ। ਨਿਜ ਬਚਨੀ ਗੁਰ ਯੋ ਦੁੱਖ ਪਾਇਓ, ਏਦਾਂ ਸਤਿਗੁਰੂ ਜੀ ਨੇ ਆਪਣੇ ਬਚਨ ਕੀਤੇ, ਬਚਨਾਂ ਨਾਲ ਇਹਨਾਂ ਨੂੰ 7 ਪੁਸ਼ਤਾਂ ਦਾ ਰਾਜ ਦਿੱਤਾ ਸੀ। ਮੁੜ ਕੇ ਆਪ ਵੀ ਅਨੇਕਾਂ ਪ੍ਰਕਾਰ ਦੇ ਤਸੀਹੇ ਸਤਿਗੁਰਾਂ ਨੇ ਝੱਲੇ। ਯੋ ਬਚਨੀ ਗੁਰ ਗਏ ਬਿਕਾਇਓ, ਏਦਾਂ ਗੁਰੂ ਸਾਹਿਬ ਆਪਣੇ ਬਚਨਾਂ ਤੇ ਵਿਕੇ। ਦੋਹਰਾ ਇਸ ਬਿਦ ਇਹ ਝੂਠੇ ਪਏ, ਬਚਨਨ ਤੇ ਸੋ ਮੁਗਲ। ਭਾਈ ਤਾਰੂ ਸਿੰਘ ਜੀ ਕਹਿੰਦੇ ਸੰਗਤ ਜੀ ਏਦਾਂ ਇਹ ਜਿਹੜੇ ਮੁਗਲ ਨੇ ਨਾ ਬਚਨ ਕਰਕੇ ਝੂਠੇ ਹੋਏ। ਇਹਨਾਂ ਦੇ ਵਡੇਰੇ ਬਾਬਰ ਨੇ ਜਿਹੜਾ ਬਚਨ ਕੀਤਾ ਸੀ ਨਾ, ਉਹ ਬਚਨ ਕਰਕੇ ਝੂਠੇ ਹੋਏ ਨੇ ਮੁਗਲ। ਇਹ ਬਾਦਸ਼ਾਹ ਲਈ ਪਾਤਸ਼ਾਹੀ ਨਿਜ ਕਏ, ਭੂਲ ਗਈ ਵੈ ਗੱਲ। ਸਤਿਗੁਰੂ ਜੀ ਦੇ ਕੋਲੋਂ ਜਿਹੜੀ ਪਾਤਸ਼ਾਹੀ ਇਹਨਾਂ ਨੇ ਲਈ ਸੀ, ਇਹ ਕਿਰਤ ਘਣ ਭੁੱਲ ਗਏ ਕਿ ਪਾਤਸ਼ਾਹੀਆਂ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤੀਆਂ ਨੇ। ਇਹ ਕਿਰਤ ਘਣਾ ਨੇ ਮਹਾਰਾਜ ਜੀ ਦਾ ਪਰਉਪਕਾਰ ਭੁਲਾ ਦਿੱਤਾ। ਜੋ ਪਈ ਮੁਗਲ ਕਏ ਹਮ ਖੁਦ ਬਲਵੰਤ, ਇਹ ਮੁਗਲ ਕਹਿੰਦੇ ਅਸੀਂ ਆਪ ਬਲੀ ਹਾਂ, ਅਸੀਂ ਤਾਂ ਆਪ ਬਾਦਸ਼ਾਹ ਹਾਂ, ਅਸੀਂ ਤਾਂ ਆਪਣੇ ਜ਼ੋਰ ਨਾਲ ਬਾਦਸ਼ਾਹੀ ਲਈ ਹੈ। ਏਦਾਂ ਆਪਣੇ ਆਪ ਨੂੰ ਬਲੀ ਮੰਨਦੇ ਹਨ। ਹਿੰਦੂ ਮਾਰ ਕੀਏ ਹਮ ਅੰਤ, ਅਸੀਂ ਹਿੰਦੁਸਤਾਨ ਦੇ ਹਿੰਦੂਆਂ ਨੂੰ ਮਾਰ ਕੇ ਹਿਲਾ ਕੇ ਰਾਜ ਖੋਇਆ। ਰਹੇ ਪਿਕੰਬਰ ਨਿਕਟ ਖੁਦਾਏ, ਕਹਿੰਦੇ ਜੀ ਸਾਡੇ ਪੈਗੰਬਰ ਸਾਹਿਬ ਜਿਹੜੇ ਖੁਦਾ ਦੇ ਨੇੜੇ ਰਹਿੰਦੇ ਨੇ, ਹਿੰਦੂ ਉਹਾਂ ਕੋ ਢੁਕਨ ਨਾ ਪਾਏ। ਉੱਥੇ ਨਹੀਂ ਕੋਈ ਹਿੰਦੂ ਢੁਕਦਾ। ਸਾਨੂੰ ਤਾਂ ਪਾਤਸ਼ਾਹੀ ਪੈਗੰਬਰ ਸਾਹਿਬ ਨੇ ਦਿੱਤੀ। ਇਹ ਭੁੱਲ ਗਏ ਕਿ ਪੈਗੰਬਰ ਸਾਹਿਬ ਨੇ ਤਾਂ ਇਨਕਾਰ ਕਰ ਦਿੱਤਾ ਸੀ, ਪਾਤਸ਼ਾਹੀ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ। ਦੋਹਰਾ ਐਸ ਐਸ ਗਫਲਤ ਪਈ, ਮੁਗਲਨ ਕੇ ਮਨ ਮਾਏ। ਏਦਾਂ ਇਹਨਾਂ ਮੁਗਲਾਂ ਦੇ ਮਨ ਵਿੱਚ ਗਫਲਤ ਵਸ ਗਈ, ਗਾਫਲ ਹੋ ਗਏ ਦੁਸ਼ਟ। ਇਹ ਮਲੇਛ, ਤਾਂ ਇਹਨਾਂ ਨੂੰ ਮਲੇਛ ਕਹਿੰਦਾ ਖਾਲਸਾ, ਇਹ ਮਲੇਛ ਨੇ। ਇਹ ਮਲੇਛ ਏਦਾਂ ਗਾਫਲ ਹੋ ਗਏ, ਸਤਿਗੁਰਾਂ ਦਾ ਦਿੱਤਾ ਰਾਜ ਪ੍ਰਾਪਤ ਕਰਕੇ ਗਾਫਲ ਹੋਏ। ਕਹਿੰਦੇ ਜੀ ਅਸੀਂ ਆਪ ਰਾਜ ਲਿਆ, ਅਸੀਂ ਆਪਣੀ ਤਲਵਾਰ ਨਾਲ ਰਾਜ ਲਿਆ, ਅਸੀਂ ਹਿੰਦੂਆਂ ਨੂੰ ਮਾਰ ਕੇ ਰਾਜ ਲਿਆ। ਏਦਾਂ ਦੀਆਂ ਗੱਲਾਂ ਕਰਨ ਲੱਗ ਪਏ। ਮੁੱਲਾ ਕਾਜੀ ਸੁਣ ਗੱਲਾਂ, ਭੁੱਲੋ ਤਕਰਾਰੋ ਵਾਹੇ। ਇਹ ਮੁੱਲਾਂ ਤੇ ਕਾਜੀ ਤਕਰਾਰ ਕਰਕੇ ਭੁੱਲ ਗਏ ਕਿ ਇਹ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤੀ ਹੈ। ਹਿੰਦੁਸਤਾਨ ਦੀ ਪਾਤਸ਼ਾਹੀ ਭਾਵੇਂ ਉਦੋਂ ਇਹਨਾਂ ਮੁਗਲਾਂ ਦਾ ਰਾਜ ਸਮਾਪਤ ਕਰਕੇ ਕਿਸੇ ਨੂੰ ਮਿਲੀ, ਅੱਜ ਮਿਲੀ ਤੇ ਚਾਹੇ ਬਾਅਦ ਵਿੱਚ ਵੀ ਮਿਲੀ, ਉਹ ਇਹ ਜਾਣ ਲੈਣ ਕਿ ਇਹ ਪਾਤਸ਼ਾਹੀ ਦੇਣ ਪਿੱਛੇ ਵੱਡਾ ਪਰਉਪਕਾਰ ਜਗਤ ਗੁਰੂ ਨਾਨਕ ਸਾਹਿਬ ਦਾ ਹੀ ਵਰਤਿਆ। ਜੇ ਉਹ ਦੇ ਸਕਦੇ ਨੇ ਤਾਂ ਖੋ ਵੀ ਸਕਦੇ ਨੇ। ਦੇਣ ਦੇ ਵੀ ਸਮਰੱਥ ਨੇ ਤੇ ਖੋਣ ਵਾਸਤੇ ਵੀ ਸਮਰੱਥ ਦੇਵ ਨੇ। ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਜਗਤ ਦੇ, ਸਾਰੇ ਸੰਸਾਰ ਦੇ ਪਾਤਸ਼ਾਹ ਨੇ। ਉਹਨਾਂ ਦੇ ਚਰਨਾਂ ਵਿੱਚ ਹੀ ਸਾਰੀਆਂ ਪਾਤਸ਼ਾਹੀਆਂ ਹਨ। ਤੋ ਜਗਤ ਗੁਰੂ ਨਾਨਕ ਸਾਹਿਬ ਦਾ ਇਹ ਪਰਉਪਕਾਰ ਹੈ, 10ਵੇਂ ਪਾਤਸ਼ਾਹ ਦਾ ਪਰਉਪਕਾਰ ਹੈ ਕਿ ਮੁਗਲਾਂ ਦਾ ਰਾਜ ਸਮਾਪਤ ਕਰਕੇ
ਉਹਨਾਂ ਦੇ ਰਾਗ ਦੀਆਂ ਜਿਹੜੀਆਂ 700 ਸਾਲ ਪੁਰਾਣੀਆਂ ਜੜ੍ਹਾਂ ਲੱਗੀਆਂ ਸਨ, ਉਹ ਪੁੱਟ ਕੇ ਮਹਾਰਾਜ ਜੀ ਨੇ ਇਹਨਾਂ ਦਾ ਰਾਗ ਸਮਾਪਤ ਕੀਤਾ। ਇਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਵੱਡਾ ਪਰਉਪਕਾਰ ਹੈ। ਭਾਰਤ ਵਰਸ਼ ਦੇ ਲੋਕਾਂ ਨੂੰ ਇਹ ਪਰਉਪਕਾਰ ਕਦੇ ਵੀ ਸਤਿਗੁਰਾਂ ਦਾ ਭੁਲਾਉਣਾ ਨਹੀਂ ਚਾਹੀਦਾ। ਬਾਰੰਬਾਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਰੋਮ ਰੋਮ ਕਰਕੇ ਸਜਦਾ ਕਰਨਾ ਚਾਹੀਦਾ ਹੈ। ਹੇ ਗੁਰੂ ਬਾਬਾ ਜੀ, ਇਹ ਪਰਉਪਕਾਰ ਤੁਹਾਡਾ ਹੈ, ਇਹ ਕਿਰਪਾ ਤੁਹਾਡੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਇਤਿਹਾਸ ਦੀ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੁਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਤੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਬੇਕ ਹੈ ਅਪਰੰਪਰ ਹਰ ਹਰੇ ਐ ਪੀਓ ਅਣਹਾਰ ਇਹ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ ਇਹ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।